ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਜੁਗੋ ਜੁਗ ਅਟਲ ਚਵਰ ਛਤਰ ਦੇ ਮਾਲਕ ਹਾਜ਼ਰ ਨਾਜ਼ਰ ਜਾਗਦੀ ਜੋਤ ਸਰਬ ਕਲਾ ਸਮਰੱਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਲੜੀਵਾਰ ਉਚਾਰ ਆਰੰਭ ਕੀਤੀ ਹੋਈ ਹੈ, ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਸਦਕਾ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 191 ਅੰਗ ਤੱਕ ਪਹੁੰਚੇ ਹੋਏ ਹਾਂ। ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਸਦਕਾ ਗੌੜੀ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਗੌੜੀ ਬਾਣੀ ਵਿੱਚ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। 191 ਅੰਗ 'ਤੇ ਗੁਰੂ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਆਪਾਂ ਨੂੰ ਗੌੜੀ ਬਾਣੀ ਵਿੱਚ ਸਮਝਾ ਰਹੇ ਨੇ। ਸਾਧ ਸੰਗ ਤਾਂ ਕੀ ਸਰਨੀ ਪਰੋ, ਹੇ ਮੇਰੇ ਵੀਰ ਸਾਧ ਸੰਗਤ ਵਿੱਚ ਜਾ ਕੇ ਉਸ ਪਰਮਾਤਮਾ ਦਾ ਆਸਰਾ ਲੈ। ਮਨ ਤਨ ਆਪਣਾ ਆਗੈ ਤਰੋ, ਆਪਣਾ ਮਨ ਆਪਣਾ ਤਨ ਭਾਵ ਆਪਣਾ ਹਰੇਕ ਗਿਆਨ ਇੰਦਰਾ ਉਸ ਪਰਮਾਤਮਾ ਦੇ ਹਵਾਲੇ ਕਰ ਦੇ। ਭਾਵ ਆਪਣੀ ਮੱਤ ਗੁਰੂ ਨੂੰ ਸਰੈਂਡਰ ਕਰ ਦੇ, ਆਪਣੇ ਆਪ ਨੂੰ ਆਪਣੀ ਮੱਤ ਗੁਰੂ ਦੇ ਚਰਨਾਂ ਵਿੱਚ ਰੱਖ ਦਿਓ ਅਤੇ ਗੁਰੂ ਦੀ ਮੱਤ ਲੈ ਲਓ। ਇਸ ਨੂੰ ਕਹਿੰਦੇ ਆ ਤਨ ਮਨ ਆਪਣਾ ਆਗੇ ਤਰੋ। ਅੰਮ੍ਰਿਤ ਨਾਮ ਪੀਵੋ ਮੇਰੇ ਭਾਈ, ਹੇ ਮੇਰੇ ਵੀਰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀ, ਸਵਾਸ ਸਵਾਸ ਪਰਮਾਤਮਾ ਦਾ ਨਾਮ ਸਿਮਰ। ਭਾਵ ਉਸ ਮਾਲਕ ਨੂੰ ਯਾਦ ਕਰ ਜਿਸ ਨੇ ਆਪਾਂ ਨੂੰ ਇਹ ਮਨੁੱਖਾ ਜਨਮ ਦਿੱਤਾ ਹੈ। ਸਿਮਰ ਸਿਮਰ ਸਭ ਤਪਤ ਬੁਝਾਈ ਰਹਾਓ, ਜਿਸ ਦੇ ਨਾਮ ਸਿਮਰਿਆ ਉਸ ਦੇ ਸਿਮਰਨ ਸਿਮਰ ਕੇ ਆਪਣੇ ਅੰਦਰੋਂ ਵਿਕਾਰਾਂ ਦੀ ਸਾਰੀ ਸੜਨ ਬੁਝਾ ਲਈ ਹੈ। ਰਹਾਓ ਰੁਕ ਜਾਣਾ, ਠਹਿਰ ਜਾਣਾ। ਤਜ ਅਭਿਮਾਨ ਜਨਮ ਮਰਨ ਨਿਵਾਰੋ, ਹੇ ਮੇਰੇ ਵੀਰ ਆਪਣੇ ਅੰਦਰੋਂ ਹੰਕਾਰ ਦੂਰ ਕਰ ਕੇ ਜਨਮ ਮਰਨ ਦਾ ਗੇੜ ਮੁਕਾ ਲੈ। ਹਰ ਕੈ ਦਾਸ ਕੇ ਚਰਨ ਨਮਸਕਾਰੋ, ਪਰਮਾਤਮਾ ਦੇ ਸੇਵਕ ਦੇ ਚਰਨਾਂ ਉੱਤੇ ਆਪਣਾ ਸਿਰ ਰੱਖ ਦੇ। ਸਾਸ ਸਾਸ ਪ੍ਰਭ ਮਨੋ ਸੰਭਾਲੈ, ਮਨੈ ਸੰਭਾਲੈ, ਹੇ ਮੇਰੇ ਭਾਈ ਹਰੇਕ ਸਾਹ ਦੇ ਨਾਲ ਪਰਮਾਤਮਾ ਨੂੰ ਆਪਣੇ ਮਨ ਵਿੱਚ ਸਾਂਭ ਕੇ ਰੱਖ। ਉਸ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਯਾਦ ਕਰ, ਸੰਭਾਲ ਕੇ ਰੱਖ, ਉਸ ਦੀ ਮੱਤ 'ਤੇ ਚੱਲ। ਸੋ ਧਨ ਸੰਚੋ ਜੋ ਚਾਲੇ ਨਾਲੈ, ਉਹ ਨਾਮ ਧਨ ਇਕੱਠਾ ਕਰ ਜਿਹੜਾ ਤੇਰੇ ਨਾਲ ਸਾਥ ਕਰੇ, ਜਿਹੜਾ ਤੇਰੇ ਨਾਲ ਚਾਹੇ ਸਾਥ ਕਰੇ, ਤੇਰਾ ਸਾਥ ਦੇਵੇ। ਭਾਵ ਹਰ ਵਕਤ ਤੇਰੇ ਨਾਲ ਰਹੇ, ਜਿਸ ਨੂੰ ਕੋਈ ਚੋਰ ਲੁੱਟ ਨਾ ਸਕੇ, ਕੋਈ ਕੁਛ ਖੋ ਨਾ ਸਕੇ, ਜੋ ਸੜੇ ਨਾ, ਉਹ ਤੇਰੇ ਨਾਮ ਧਨ ਇਹੋ ਜਿਹਾ ਇਕੱਠਾ ਕਰ ਜਿਹੜਾ ਤੇਰੇ ਨਾਲ ਜਾਏ, ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਤੇਰਾ ਸੰਗ ਨਾ ਛੱਡੇ। ਉਸ ਪਰਮਾਤਮਾ ਦਾ ਨਾਮ ਧਨ ਇਕੱਠਾ ਕਰ। ਜਿਸੇ ਪ੍ਰਾਪਤ ਤਿਸ ਮਸਤਕ ਭਾਗ, ਪਰ ਇਹ ਨਾਮ ਧਨ ਇਕੱਠਾ ਕਰਨਾ ਜੀਵ ਦੇ ਵੱਸ ਦੀ ਗੱਲ ਨਹੀਂ ਹੈ। ਨਾਲ ਗੁਰੂ ਸਾਹਿਬ ਇਹ ਵੀ ਸਮਝਾ ਰਹੇ ਨੇ ਕਿ ਇਹ ਨਾਮ ਧਨ ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਮੱਥੇ ਉੱਤੇ ਭਾਗ ਜਾਗੇ ਹਨ, ਜਿਸ 'ਤੇ ਗੁਰੂ ਸਾਹਿਬ ਜੀ ਬਖਸ਼ਿਸ਼ ਹੋਈ ਹੈ, ਨਦਰ ਹੋਈ, ਕਿਰਪਾ ਹੋਈ ਹੈ। ਇਹ ਨਾਮ ਧਨ ਉਹਨਾਂ ਨੂੰ ਹੀ ਮਿਲਦਾ ਹੈ। ਕਹੋ ਨਾਨਕ ਤਾਂ ਕੀ ਚਰਨੀ ਲਾਗ, ਨਾਨਕ ਆਖਦਾ ਹੈ ਕਿ ਤੂੰ ਉਸ ਮਨੁੱਖ ਦੇ ਚਰਨੀ ਲੱਗ ਜਿਸ ਨੂੰ ਨਾਮ ਧਨ ਮਿਲਿਆ ਹੈ, ਜਿਸ 'ਤੇ ਗੁਰੂ ਦੀ ਬਖਸ਼ਿਸ਼ ਹੈ। ਉਸ ਸਾਧ ਸੰਗਤ ਉਸ ਮਨੁੱਖ ਦੇ ਚਰਨੀ ਲੱਗ, ਉਸ ਭਗਤ ਦੇ ਚਰਨੀ ਲੱਗ, ਉਸ ਤੋਂ ਮੱਤ ਲੈ ਅਤੇ ਗੁਰੂ ਦੀ ਮੱਤ 'ਤੇ ਚੱਲਣ ਲਈ ਉਸ ਤੋਂ ਸਿੱਖਿਆ ਪ੍ਰਾਪਤ ਕਰ ਅਤੇ ਉਸ ਮਾਲਕ ਨਾਲ ਜੁੜ। ਗੁਰੂ ਦਾ ਸ਼ਬਦ ਆਪਣਾ ਉਹ ਮਾਲਕ ਹੈ। ਗੌੜੀ ਮਹੱਲਾ ਪੰਜਵਾਂ ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਸੁੱਕੇ ਹਰੇ ਕੀਏ ਖਿਨ ਮਾਹੇ, ਗੁਰ ਇੱਕ ਖਿਣ ਵਿੱਚ ਆਤਮਕ ਜੀਵਨ ਦੇ ਰਸ ਤੋਂ ਸੁੰਝੇ ਹੋ ਚੁੱਕੇ ਮਨੁੱਖਾਂ ਨੂੰ ਹਰੇ ਭਾਵ ਆਤਮਕ ਜੀਵਨ ਵਾਲੇ ਬਣਾ ਦਿੰਦਾ ਹੈ। ਇੱਕ ਖਿਣ ਵਿੱਚ ਜਦੋਂ ਉਸ ਦਾ ਇੱਕ ਕਿਣਕਾ ਵੀ ਉਸ ਗੁਰੂ ਦਾ ਨਦਰ ਹੋ ਗਈ ਤਾਂ ਉਹ ਸੁੱਕੇ ਤੋਂ ਹਰੇ ਕਰ ਦਿੰਦਾ। ਭਾਵ ਆਪਣੇ ਜਿਹੜੇ ਅੰਦਰ ਜਿਹੜੇ ਕਾਮ ਕ੍ਰੋਧ ਨਾਲ ਭਰੇ ਪਏ ਨੇ ਉਹਨਾਂ ਨੂੰ ਸ਼ਾਂਤ ਕਰ ਦੇਗਾ।
ਭਾਵ ਜੋ ਅਰਦਾ ਰੁੱਖਾ ਬੋਲਦਾ ਉਹ ਮਿੱਠੇ ਬੋਲਾਂ 'ਚ ਬਦਲ ਜਾਏਗਾ ਜਦੋਂ ਉਸ ਦੀ ਨਦਰ ਕਿਰਪਾ ਹੋ ਗਈ। ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ, ਗੁਰੂ ਨਾਮ ਜਲ ਸਿੰਚ ਕੇ ਉਹਨਾਂ ਨੂੰ ਆਤਮਿਕ ਜੀਵਨ ਦੇਣ ਵਾਲੀ ਨਿਗਾਹਾਂ ਕਰਕੇ ਆਤਮਿਕ ਜੀਵਨ ਬਖਸ਼ਦਾ ਹੈ। ਕਾਟੇ ਕਸ਼ਟ ਪੂਰੇ ਗੁਰਦੇਵ, ਪੂਰੇ ਗੁਰੂ ਨੇ ਉਸ ਦੇ ਸਾਰੇ ਕਸ਼ਟ ਕੱਟ ਦਿੱਤੇ ਨੇ। ਆਪਣਾ ਪੂਰਾ ਗੁਰੂ ਕਿਹੜਾ ਹੈ? ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਸਨੇ ਸਾਰੇ ਦਾਸ ਦੇ ਦੁੱਖ ਦੂਰ ਕਰ ਦਿੱਤੇ, ਕਸ਼ਟ ਕੱਟ ਦਿੱਤੇ ਨੇ। ਸੇਵਕ ਕੋ ਦੀਨੀ ਆਪਣੀ ਸੇਵ ਰਹਾਓ, ਜਿਸ ਸੇਵਕ ਨੂੰ ਪਰਮਾਤਮਾ ਨੇ ਆਪਣੀ ਸੇਵਾ ਭਗਤੀ ਦੀ ਦਾਤ ਦਿੱਤੀ ਹੈ, ਰਹਾਓ ਮਿਟ ਗਈ ਚਿੰਤ ਪੁੰਨੀ ਮਨ ਆਸਾ, ਉਸ ਦੀ ਹਰੇਕ ਕਿਸਮ ਦੀ ਚਿੰਤਾ ਮਿਟ ਗਈ ਹੈ, ਉਸ ਦੇ ਮਨ ਦੀ ਹਰੇਕ ਆਸ ਪੂਰੀ ਹੋ ਗਈ ਹੈ। ਕਰੀ ਦਇਆ ਸਤਿਗੁਰ ਗੁਣ ਤਾਸਾ, ਗੁਣਾਂ ਦੇ ਖਜ਼ਾਨੇ ਸਤਿਗੁਰੂ ਨੇ ਜਿਸ ਮਨੁੱਖ ਉੱਤੇ ਮਿਹਰ ਕੀਤੀ ਹੈ, ਨਦਰ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਦੁੱਖ ਨਾਠੈ ਸੁਖ ਆਏ ਸਮਾਏ, ਉਸ ਦੇ ਸਾਰੇ ਦੁੱਖ ਦੂਰ ਹੋ ਗਏ ਹਨ, ਉਸ ਦੇ ਅੰਦਰ ਸਾਰੇ ਸੁੱਖ ਆ ਕੇ ਟਿਕ ਗਏ ਹਨ। ਭਾਵ ਉਹਨਾਂ ਦੀਆਂ ਤ੍ਰਿਸ਼ਨਾ ਖਤਮ ਹੋ ਗਈਆਂ ਨੇ, ਉਹ ਸ਼ਾਂਤ ਹੋ ਗਏ, ਟਿਕ ਗਏ, ਭੱਜ ਦੌੜ ਖਤਮ ਹੋ ਗਈ, ਜਨਮ ਮਰਨ ਦਾ ਗੇੜ ਖਤਮ ਹੋ ਗਿਆ। ਕਾਮ ਕ੍ਰੋਧ ਮੋਹ ਲੋਭ ਹੰਕਾਰ ਤੋਂ ਖਲਾਸੀ ਮਿਲ ਗਈ, ਛੁਟਕਾਰਾ ਮਿਲ ਗਿਆ। ਢੀਲ ਨਾ ਪਰੀ ਜਾ ਗੁਰ ਫਰਮਾਏ, ਜਦੋਂ ਗੁਰੂ ਨੇ ਜਿਸ ਮਨੁੱਖ ਉੱਤੇ ਬਖਸ਼ਿਸ਼ ਹੋਣ ਦਾ ਹੁਕਮ ਕੀਤਾ, ਰੱਤਾ ਵੀ ਢਿੱਲ ਨਾ ਹੋਈ। ਇੱਛ ਪੁੰਨੀ ਪੂਰੇ ਗੁਰ ਮਿਲੇ, ਜਿਹੜੇ ਮਨੁੱਖ ਪੂਰੇ ਗੁਰੂ ਨੂੰ ਮਿਲ ਪਏ ਉਹਨਾਂ ਦੀ ਹਰੇਕ ਕਿਸਮ ਦੀ ਇੱਛਾ ਪੂਰੀ ਹੋ ਗਈ ਹੈ। ਨਾਨਕ ਤੇ ਜਨ ਸੁਫਲ ਫਲੇ, ਹੇ ਨਾਨਕ ਉਹਨਾਂ ਨੂੰ ਉੱਚੇ ਆਤਮਿਕ ਗੁਣਾਂ ਦੇ ਸੋਹਣੇ ਫਲ ਲੱਗੇ ਹਨ। ਭਾਵ ਉਹਨਾਂ ਅੰਦਰ ਗੁਣ ਪੈਦਾ ਹੋ ਗਏ, ਔਗਣ ਖਤਮ ਹੋ ਗਿਆ, ਨਾਸ਼ ਹੋ ਗਿਆ ਔਗਣਾਂ ਦਾ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ? ਤਾਪ ਗਏ ਪਾਈ ਪ੍ਰਭ ਸ਼ਾਂਤ, ਜਿਨ੍ਹਾਂ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦਿੰਦਾ ਹੈ ਉਹ ਠੰਡੇ ਜਿਗਰੇ ਵਾਲੇ ਬਣ ਜਾਂਦੇ ਹਨ, ਸ਼ਾਂਤ ਹੋ ਜਾਂਦੇ ਹਨ। ਸ਼ੀਤਲ ਭਏ ਕੀਨੀ ਪ੍ਰਭ ਦਾਤ, ਪਰਮਾਤਮਾ ਨੇ ਉਹਨਾਂ ਦੇ ਅੰਦਰ ਐਸੀ ਆਤਮਿਕ ਠੰਡ ਵਰਤਾ ਦਿੱਤੀ ਹੁੰਦੀ ਹੈ ਕਿ ਉਹਨਾਂ ਦੇ ਸਾਰੇ ਤਾਪ ਕਲੇਸ਼ ਦੂਰ ਹੋ ਜਾਂਦੇ ਹਨ। ਪ੍ਰਭ ਕਿਰਪਾ ਤੇ ਭਏ ਸੁਹੇਲੇ, ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਨੇ ਆਪਣੇ ਨਾਮ ਦੀ ਦਾਤ ਦਿੰਦਾ ਹੈ ਉਹ ਮਨੁੱਖ ਪਰਮਾਤਮਾ ਦੀ ਕਿਰਪਾ ਨਾਲ ਸੌਖੇ ਜੀਵਨ ਵਾਲੇ ਹੋ ਜਾਂਦੇ ਹਨ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ, ਆਸਾਨ ਹੋ ਜਾਂਦਾ ਹੈ। ਜਨਮ ਜਨਮ ਕੇ ਵਿਛੜੇ ਮੇਲੇ ਰਹਾਓ, ਉਹਨਾਂ ਨੂੰ ਅਨੇਕਾਂ ਜਨਮਾਂ ਦੇ ਵਿਛੜਿਆਂ ਨੂੰ ਪਰਮਾਤਮਾ ਆਪਣੇ ਨਾਲ ਮਿਲਾ ਲੈਂਦਾ ਹੈ। ਰਹਾਓ ਰੁਕ ਜਾਣਾ। ਸਿਮਰਤ ਸਿਮਰਤ ਪ੍ਰਭ ਕਾ ਨਾਮ, ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਨਾਮ ਦੀ ਦਾਤ ਦਿੰਦਾ ਹੈ, ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹਨਾਂ ਦੇ ਅੰਦਰੋਂ ਸਗਲ ਰੋਗ ਨਾ ਬਿਨਸਿਓ ਥਾਓ, ਸਾਰੇ ਰੋਗਾਂ ਦਾ ਨਿਸ਼ਾਨ ਹੀ ਮਿਟ ਜਾਂਦਾ ਹੈ। ਸਹਿਜ ਸੁਭਾਏ ਬੋਲੇ ਹਰ ਬਾਣੀ, ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਦੀ ਦਾਤ ਦਿੰਦਾ ਹੈ ਉਹ ਆਤਮਿਕ ਅਡੋਲਤਾ ਵਿੱਚ ਟਿਕ ਕੇ ਪ੍ਰੇਮ ਪਿਆਰ ਵਿੱਚ ਲੀਨ ਹੋ ਕੇ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ। ਜਿਵੇਂ ਦਾਸ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਇਹ ਬਾਣੀ ਉਚਾਰ ਰਹੇ ਹਾਂ। ਆਪਣੇ ਵੱਸ ਦਾ ਰੋਗ ਨਹੀਂ ਸੀ, ਇਹ ਸਭ ਗੁਰੂ ਨੇ ਬਖਸ਼ਿਸ਼ ਕੀਤੀ ਹੈ। ਬਿਨਾਂ ਨੈੱਟ ਤੋਂ ਬਿਨਾਂ ਸਿਮ ਤੋਂ ਗੁਰੂ ਸਾਹਿਬ ਨੇ ਆਪਾਂ ਨੂੰ ਕਰੀਬ 191 ਅੰਗ ਜਿਹੜੀ ਆਪਣੀ ਅੱਜ ਵਿਚਾਰ ਚੱਲ ਰਹੀ ਹੈ, ਇੰਨੀ ਬਾਣੀ ਗੁਰੂ ਸਾਹਿਬ ਦੀ ਮਿਹਰ ਸਦਕਾ ਹੀ ਇਹ ਸਾਰਾ ਕੰਮ ਹੋ ਸਕਦਾ, ਅਦਰਵਾਈਜ਼ ਬੰਦੇ ਦੇ ਵੱਸ ਦਾ ਰੋਗ ਨਹੀਂ ਹੈ। ਇਹ ਸਭ ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਕਿਰਪਾ ਹੈ, ਆਪਾਂ ਬਾਣੀ ਉਚਾਰ ਰਹੇ ਹਾਂ। ਉਹ ਚਾਹੇ ਤਾਂ ਬੋਲਣ ਦੇਵੇ, ਚਾਹੇ ਤਾਂ ਮਿੰਟ ਲਾਵੇ ਬੰਦੇ ਦੀ ਛੁੱਟੀ। ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ, ਹੇ ਪ੍ਰਾਣੀ ਤੂੰ ਵੀ ਉਸ ਦੇ ਦਰ 'ਤੇ ਨਾਮ ਦੀ ਦਾਤ ਮੰਗ ਅਤੇ ਅੱਠੇ ਪੈਰ ਪ੍ਰਭੂ ਦਾ ਨਾਮ ਸਿਮਰਦਾ ਰਹੋ। ਉਹੀ ਗੱਲ ਕਰ ਰਿਹਾ ਗੁਰੂ ਸਾਹਿਬ ਜੀ ਨੇ ਕਿਹਾ, ਸਿਮਰ 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 ਸੁਖ ਪਾਓ, ਅਵਰ ਜਪੋ ਅਵਰਾ ਨਾਮ ਜਪਾਓ। ਉਹ ਕਹਿੰਦਾ ਤੁਸੀਂ ਗੁਰੂ ਸਾਹਿਬ ਕਹਿ ਰਹੇ ਨੇ ਆਪ ਵੀ ਜਪੋ ਅਤੇ ਹੋਰਨਾਂ ਨੂੰ ਵੀ ਜਪਣ ਲਈ ਪ੍ਰੇਰਨਾ ਦਿਓ ਕਿ ਮੈਨੂੰ ਇਸ ਬਾਣੀ ਨੇ ਸੁੱਖ ਦਿੱਤਾ, ਮੈਂ ਇਸ ਗੁਰੂ ਦੀ ਮੱਤ 'ਤੇ ਚੱਲਿਆ, ਤੁਸੀਂ ਵੀ ਚੱਲੋ ਮੇਰੇ ਵੀਰੋ, ਮੇਰੇ ਭਰਾਓ, ਮੇਰੇ ਸਖ ਸੰਬੰਧੀਓ। ਇਸ ਗੁਰੂ ਦੀ ਮੱਤ 'ਤੇ ਚੱਲ ਕੇ ਹੀ ਤੁਸੀਂ ਸੁੱਖ ਹਾਸਲ ਕਰ ਸਕਦੇ ਹੋ, ਅਦਰਵਾਈਜ਼ ਕੋਈ ਹੀਲਾ ਨਹੀਂ ਹੈ। ਜਿਸ ਦੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਪਈ ਉਸ ਦੀ ਕਿਸੇ ਥਾਂ ਤੋਂ ਵੀ ਨਹੀਂ ਪੂਰੀ ਪੈਣੀ, ਇਹ ਕਲੀਅਰ ਕੱਟ ਹੈ।
मैं तो जिन्ने दुनिया देखी है यही देखा, सब जो जो देखे सो सो रोगी, जो जो दिसे सो सो रोगी, रोग रहत मेरा सतगुरु जोगी। जिस नूं गुरु की किरपा हुई, किस ते गुरु धन धन श्री गुरु ग्रंथ साहिब जी की बख्शिश हुई है, वही सुखी देखे है। बाकी तो मैं सारे दुखी वेखे दुनिया 'च। जदों दा 44 साल 45 साल की किरपा, हुण तो 46 साल हो गया गुरु साहब की किरपा नाल, 1.25 साल करीब हो गया। 8/5/2023 ਨੂੰ मैं गुरु साहब की बख्शिश हुई सी, ते हुण 10वां महीना चल रहा है। 5 महीने उपर हो गया 1 साल तो गुरु साहब की मेहर सदका बख्शिश हुई। 1 साल 5 महीने गुरु साहब ने किरपा की, रंग पग सब चिंता खत्म करतियाँ मेरियां। हे प्राणी तू भी उस दे दर तो नाम की दात मंग, दाता ना मंगया करो, नाम की दात मंगया करो। 8 पैर प्रभु का नाम सिमरो, उसनूं चेते रखो जिसने आपां नूं ये मनुखा जन्म दिता। 84 ਲੱਖ जूना तो 84 ਲੱਖ जूना दे आपां सरदारी जून आपां नूं मिली हुई है, तो उसका धन्नवाद करना चाहिए। इस तो वड्डी बख्शिश होर की हो सकती है अपने उत्ते, ते आपां उस मालक नूं याद नहीं करते। ये सब तो वड्डी अपनी भुल है। दुख दर्द जम नेड़ ना आवे, कोई भी दुख दर्द उस दे नेड़े नहीं आउंदा, उस नूं मौत दा डर नहीं पाउंदा, आत्मक मौत दा उस नूं खतरा नहीं रह जांदा, जिस ते गुरु साहब की नज़र बख्शिश हुंदी है। कहो नानक जो हर गुण गावे, हे नानक परमात्मा की मेहर नाल जिहड़ा मनुख परमात्मा के गुण गांदा रहिंदा है। गौड़ी महला 5वां। गौड़ी बाणी विच गुरु अर्जन देव जी महाराज शहीदां दे सरताज आपां नूं अगे की समझा रहे हैं। 5वें पातशाह जी, भले दिनस भले संजोग, ਉਹ ਦਿਨ ਸੁਹਾਵਣੇ ਹੁੰਦੇ ਹਨ, ਉਹ ਮਿਲਾਪ ਦੇ ਅਵਸਰ ਸੁਖਦਾਈ ਹੁੰਦੇ ਹਨ। ਜਿਤ ਭੇਟੇ ਪਾਰ ਬ੍ਰਹਮ ਨਿਰਜੋਗ, ਜਦੋਂ ਮਾਇਆ ਤੋਂ ਨਿਰਲੇਪ ਪ੍ਰਭੂ ਜੀ ਮਿਲ ਪੈਂਦੇ ਹਨ। ਉਹ ਬੇਲਾ ਕੋ ਹੋ ਬਲ ਜਾਓ, ਮੈਂ ਉਸ ਵੇਲੇ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਜਿਤ ਮੇਰਾ ਮਨ ਜਪੈ ਹਰ ਨਾਉ ਰਹਾਓ, जिस वेले मेरा मन परमात्मा का नाम जपदा है, भाव रहाओ रुक जाना। जिस वेले उस मालक का सिफत सलाह की जाए, वो वेला सुहावना है, वो वेला सुभाग्या है, वडभागी है वो मनुख जो वो वेले नूं संभालते हैं। सफल मूरत सफल ओह करी, रहाओ मना रुक जाना। अगे गुरु साहब समझा रहे हैं, सफल मूरत सफल ओ करी, परमात्मा मनुख वास्ते वो मुहूर्त भागां वाला हुंदा है, वो घड़ी सुलखणी हुंदी है जिस वेले उसका नाम उचारदा, उसकी याद करदा, उसकी सिफत सलाह करदा, उसके शब्द विच लीन हुंदा, मस्त हुंदा। जित रसना उचरै हर हरी, जदों उस दी जीव परमात्मा का नाम उचारदी है। सफल ओए माथा संत नमस्कारस, ਉਹ ਮੱਥਾ ਭਾਗਾਂ ਵਾਲੇ ਹੈ ਜਿਹੜਾ ਗੁਰੂ ਸੰਤ ਦੇ ਚਰਨਾਂ ਨੂੰ ਨਿਉਂਦਾ ਹੈ, ਗੁਰੂ ਦੇ ਚਰਨਾਂ ਵਿੱਚ ਸੀਸ ਨਵਾਉਂਦਾ ਹੈ। ਗੁਰੂ ਦੇ ਚਰਨ ਕੀ ਨੇ? ਗੁਰੂ ਦੇ ਸ਼ਬਦ ਦੀ ਵਿਚਾਰ ਕਰਨਾ, ਗੁਰੂ ਦੀ ਮੱਤ 'ਤੇ ਚੱਲਣਾ, ਇਹੀ ਹੈ ਗੁਰੂ ਦੀ ਚਰਨਾਂ ਅੱਗੇ ਸੀਸ ਨਵਾਉਣਾ। ਚਰਨ ਪਨੀਤ ਚਲਹਿ ਹੈ हर मार्ग, वो पैर पवित्र हो जाते हैं ਜਿਹੜੇ परमात्मा के मिलाप के रस्ते उत्ते तुरते हैं, भाव गुरु की मत ते चलते हैं, वो चरण पवित्र हो जाते हैं, पैर पवित्र हो जाते हैं। उस रस्ता ते जिस रस्ते ते वो चलते हैं वो सफल हो जाता है, ਜਿਹੜੇ काम नूं हथ पाते हैं वो सफल हो जाता है। कहो नानक भला मेरा कर्म, हे नानक मेरे वड्डे भाग जाग पैंदे हन। जित भेटे साधु के चरण, जदों मैं गुरु के चरण परसदा हाँ, भाव गुरु की शब्द की विचार करदा हाँ, गुरु की मत ते चलदा हाँ, यही है जित भेटे साधु के चरण। गुरु प्यारी साध संगत जी, हुण आपां धन धन श्री गुरु ग्रंथ साहिब जी के 192वें अंग ते जा रहे हैं। इस विच गुरु अर्जन देव जी महाराज शहीदां दे सरताज 5वें पातशाह जी आपां नूं की समझा रहे हैं गौड़ी बाणी विच। गुर का शब्द राख मन माहे, हे जे उस भगवान का आसरा मन में पक्का करना है तो गुरु का शब्द अपने मन में टकाई रख।
ਨਾਮ ਸਿਮਰ ਚਿੰਤਾ ਸਭ ਜਾਏ। ਗੁਰ ਸ਼ਬਦ ਦੀ ਸਹਾਇਤਾ ਨਾਲ ਭਗਵਾਨ ਦਾ ਨਾਮ ਸਿਮਰ, ਤੇਰੇ ਸਾਰੇ ਚਿੰਤਾ ਫਿਕਰ ਦੂਰ ਹੋ ਜਾਣਗੇ। ਬਿਨ ਭਗਵੰਤ ਨਾਹੀ ਅਨ ਕੋਏ। ਭਗਵਾਨ ਤੋਂ ਬਿਨਾਂ ਜੀਵਾਂ ਦਾ ਹੋਰ ਕੋਈ ਆਸਰਾ ਨਹੀਂ ਹੈ। ਮਾਰੇ ਰਾਖੇ ਏਕੋ ਸੋਏ ਰਹਾਓ। ਉਹ ਭਗਵਾਨ ਹੀ ਜੀਵਾਂ ਨੂੰ ਮਾਰਦਾ ਹੈ, ਉਹੀ ਭਗਵਾਨ ਹੀ ਜੀਵਾਂ ਨੂੰ ਪਾਲਦਾ ਹੈ। ਰਹਾਓ ਰੁਕ ਜਾਣਾ, ਠਹਿਰ ਜਾਣਾ। ਗੁਰ ਕੈ ਚਰਨ ਰਿਧੇ ਔਰ ਧਾਰ। ਜੇ ਭਗਵਾਨ ਦਾ ਆਸਰਾ ਲੈਣਾ ਹੈ ਤਾਂ ਆਪਣੇ ਹਿਰਦੇ ਵਿੱਚ, ਦਿਲ ਵਿੱਚ ਗੁਰੂ ਦੇ ਚਰਨ ਵਸਾ। ਭਾਵ ਨਿਰਮਤਾ ਨਾਲ ਗੁਰੂ ਦੇ ਸ਼ਰਣੀ ਪੜੋ। ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿੱਚ ਵਸਾ। ਗੁਰੂ ਦੀ ਮੱਤ 'ਤੇ ਚੱਲ। ਨਿਰਮਤਾ ਭਾਵ ਨਿਉ, ਸਭ ਨਾਲ ਪਿਆਰ ਨਾਲ ਰਹਿ, ਪਿਆਰ ਸਹਿਤ ਜ਼ਿੰਦਗੀ ਨੂੰ ਜੀ। ਅਗਨ ਸਾਗਰ ਜਪ ਉਤਰਹਿ ਪਾਰ। ਗੁਰੂ ਦੇ ਦੱਸੇ ਰਾਹ 'ਤੇ ਤੁਰ ਕੇ ਪਰਮਾਤਮਾ ਦਾ ਨਾਮ ਜਪ ਕੇ ਤੂੰ ਤ੍ਰਿਸ਼ਨਾ ਦੀ ਅੱਗ ਦੇ ਸਮੁੰਦਰ ਤੋਂ ਪਾਰ ਲੰਘ ਜਾਏਗਾ। ਗੁਰਮੂਰਤ ਸਿਉ ਲਾਏ ਧਿਆਨ। ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤ ਹੈ, ਗੁਰੂ ਦਾ ਸਰੂਪ ਹੈ। ਗੁਰੂ ਦੇ ਸ਼ਬਦ ਨਾਲ ਆਪਣੀ ਸੁਰਤ ਜੋੜ, ਇਹਾਂ ਉਹਾਂ ਪਾਵੈ ਮਾਨ। ਤੂੰ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਆਦਰ ਹਾਸਲ ਕਰੇਗਾ। ਸਗਲ ਤਿਆਗ ਗੁਰ ਸਰਨੀ ਆਇਆ। ਹੇ ਨਾਨਕ, ਜਿਹੜਾ ਮਨੁੱਖ ਹੋਰ ਸਾਰੇ ਆਸਰੇ ਛੱਡ ਕੇ ਗੁਰੂ ਦੀ ਸ਼ਰਨ ਆਉਂਦਾ ਹੈ, ਮਿਟੇ ਅੰਦੇਸੇ ਨਾਨਕ ਸੁਖ ਪਾਇਆ। ਉਸ ਦੇ ਸਾਰੇ ਚਿੰਤਾ ਫਿਕਰ ਮੁੱਕ ਜਾਂਦੇ ਹਨ। ਉਹ ਆਤਮਿਕ ਆਨੰਦ ਮਾਣਦਾ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਜਿਸ ਸਿਮਰਤ ਦੁਖ ਸਭ ਜਾਏ। ਉਸ ਗੋਬਿੰਦ ਦੀ ਬਾਣੀ ਜਪ, ਜਿਸ ਦਾ ਸਿਮਰਨ ਕੀਤਿਆਂ, ਜਿਸ ਨੂੰ ਯਾਦ ਕੀਤਿਆਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ। ਨਾਮ ਰਤਨ ਵਸੇ ਮਨ ਆਏ। ਤੇ ਬਾਣੀ ਦੀ ਬਰਕਤ ਨਾਲ ਪਰਮਾਤਮਾ ਦਾ ਅਮੋਲਕ ਨਾਮ ਮਨ ਵਿੱਚ ਵਸ ਪੈਂਦਾ ਹੈ। ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਹੇ ਮੇਰੇ ਮਨ, ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਦਾ ਉਚਾਰਨ ਕਰ, ਜੋ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਕਰ ਰਹੇ ਹਾਂ। ਸਾਧੂ ਜਨ ਰਾਮ ਰਸਨ ਬਖਾਨੀ। ਰਹਾਓ। ਇਸ ਬਾਣੀ ਦੇ ਰਾਹੀਂ ਹੀ ਸੰਤ ਜਨ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਉਂਦੇ ਹਨ। ਰਹਾਓ ਰੁਕ ਜਾਣਾ, ਠਹਿਰ ਜਾਣਾ। ਏਕਸ ਬਿਨ ਨਾਹੀ ਦੂਜਾ ਕੋਏ। ਇਹ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਉਸ ਗੋਬਿੰਦ ਦੀ ਸਿਫਤ ਸਲਾਹ ਕਰਦੇ ਰਹੋ। ਉਸ ਵਾਹਿਗੁਰੂ ਦੀ, ਉਹ ਅੱਲਾ ਦੀ, ਉਹ ਗੋਡ, ਉਹ ਸਭ ਇੱਕ ਹੀ ਹੈ। ਗੋਡ ਇਜ਼ ਵਨ, ਪਰਮਾਤਮਾ ਇੱਕ ਹੈ। ਉਸ ਦੀ ਸਿਫਤ ਸਲਾਹ ਕਰਦੇ ਰਹੋ। ਭਾਵ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣਾ ਗੁਰੂ ਹੈ। ਇਸ ਦੀ ਬਾਣੀ ਦੀ ਵਿਚਾਰ ਕਰਦੇ ਰਹੋ, ਇਸ ਦੀ ਮੱਤ 'ਤੇ ਚੱਲਦੇ ਰਹੋ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਆਪਾਂ ਨੂੰ ਸੋਝੀ ਦਿੰਦੇ ਨੇ। ਗੁਰੂ ਨਦਰ ਬਖਸ਼ਿਸ਼ ਕਰਦਾ ਤਾਂ ਉਸ ਦੀ ਮੱਤ 'ਤੇ ਚੱਲਿਆ ਜਾਂਦਾ, ਅਦਰਵਾਈਜ਼ ਬੰਦੇ ਦੇ ਵੱਸ ਦਾ ਰੋਗ ਨਹੀਂ ਹੈ। ਜਾ ਕੀ ਦ੍ਰਿਸ਼ਟ ਸਦਾ ਸੁਖ ਹੋਏ। ਜਿਸ ਦੀ ਮਿਹਰ ਦੀ ਨਿਗਾਹ ਨਾਲ ਸਦਾ ਆਤਮਿਕ ਆਨੰਦ ਮਿਲਦਾ ਹੈ। ਸਾਜਨ ਮੀਤ ਸਖਾ ਕਰ ਏਕ। ਉਹ ਉਸ ਇੱਕ ਗੋਬਿੰਦ ਨੂੰ ਆਪਣਾ ਸੱਜਣ ਮਿੱਤਰ ਸਾਥੀ ਬਣਾ। ਹਰ ਹਰ ਅੱਖਰ ਮਨ ਮਹਿ ਲੇਖ। ਤੇ ਉਸ ਹਰੀ ਦੀ ਸਿਫਤ ਸਲਾਹ ਦੇ ਅੱਖਰ ਸੰਸਕਾਰ ਆਪਣੇ ਮਨ ਵਿੱਚ ਉਕਰ ਲੈ, ਭਾਵ ਯਾਦ ਕਰ ਲੈ, ਆਪਦੇ ਮਨ ਵਿੱਚ ਵਸਾ ਲੈ। ਰੱਬ ਰਿਹਾ ਸਰਬ ਸੁਆਮੀ। ਸਾਰੇ ਜਗਤ ਦਾ ਉਹ ਮਾਲਕ ਹਰ ਥਾਂ ਵਿਆਪਕ ਹੈ, ਹਰ ਵਿੱਚ ਜਰੇ ਜਰੇ ਕਣ ਕਣ ਵਿੱਚ ਹੈ। ਗੁਣ ਗਾਵੈ ਨਾਨਕ ਅੰਤਰਜਾਮੀ। ਹੇ ਨਾਨਕ, ਤੇ ਹਰੇਕ ਦੇ ਦਿਲ ਦੀ ਜਾਣਦਾ ਹੈ। ਨਾਨਕ ਵੀ ਉਸ ਅੰਤਰਜਾਮੀ ਸੁਆਮੀ ਦੇ ਗੁਣ ਗਾਉਂਦਾ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਪੈ ਮੈਂ ਰਚਿਓ ਸਭ ਸੰਸਾਰਾ। ਸਾਰਾ ਸੰਸਾਰ ਕਿਸੇ ਨਾ ਕਿਸੇ ਡਰ ਸਹਿਮ ਦੇ ਹੇਠ ਦੱਬਿਆ ਰਹਿੰਦਾ ਹੈ। ਤਿਸ ਭਉ ਨਾਹੀ ਜਿਸ ਨਾਮ ਆਧਾਰਾ। ਸਿਰਫ ਉਹ ਮਨੁੱਖ ਉੱਤੇ ਕੋਈ ਡਰ ਆਪਣਾ ਜ਼ੋਰ ਨਹੀਂ ਪਾ ਸਕਦਾ ਜਿਸ ਨੂੰ ਪਰਮਾਤਮਾ ਦਾ ਨਾਮ ਜੀਵਨ ਵਾਸਤੇ ਸਹਾਰਾ ਮਿਲਿਆ ਹੋਇਆ ਹੈ। ਭਉ ਨਾ ਵਿਆਪੈ ਤੇਰੀ ਸਰਨਾ। ਹੇ ਪ੍ਰਭੂ, ਤੇਰੀ ਸ਼ਰਨ ਪਿਆ, ਤੇਰਾ ਪੱਲਾ ਫੜਿਆ, ਕੋਈ ਡਰ ਆਪਣਾ ਜ਼ੋਰ ਨਹੀਂ ਪਾ ਸਕਦਾ। ਜੋ ਤੁਧ ਭਾਵੈ ਸੋਈ ਕਰਨਾ। ਰਹਾਓ। ਕਿਉਂਕਿ ਫਿਰ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਉਹੀ ਕੰਮ ਕੀਤਾ ਜਾ ਸਕਦਾ ਹੈ ਜੋ ਹਰੇਕ ਪ੍ਰਭੂ ਤੈਨੂੰ ਚੰਗਾ ਲੱਗਦਾ ਹੈ।
ਉਹੀ ਕੰਮ ਕੀਤਾ ਜਾ ਸਕਦਾ ਹੈ। ਰਹਾਓ ਰੁਕ ਜਾਣਾ, ਠਹਿਰ ਜਾਣਾ। ਸੋਗ ਹਰਖ ਮਹਿ ਆਵਣ ਜਾਣਾ, ਦੁੱਖ ਮੰਨਣ ਵਿੱਚ ਜਾਂ ਖੁਸ਼ੀ ਮਨਾਉਣ ਵਿੱਚ ਸੰਸਾਰੀ ਜੀਵ ਵਾਸਤੇ ਡਰ ਸਹਿਮ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ। ਤਿੰਨ ਸੁਖ ਪਾਇਆ ਜੋ ਪ੍ਰਭ ਪਾਣਾ, ਸਿਰਫ ਉਹ ਮਨੁੱਖ ਨੇ ਟਿਕਵਾਂ ਆਤਮਕ ਆਨੰਦ ਪ੍ਰਾਪਤ ਕੀਤਾ ਹੈ ਜਿਹੜਾ ਪ੍ਰਭੂ ਨੂੰ ਪਿਆਰਾ ਲੱਗਦਾ ਹੈ, ਜੋ ਪ੍ਰਭੂ ਦੀ ਰਜ਼ਾ ਵਿੱਚ ਤੁਰਦਾ ਹੈ, ਜੋ ਗੁਰੂ ਦੀ ਮੱਤ 'ਤੇ ਚੱਲਦਾ ਹੈ, ਉਹੀ ਉਸ ਨੂੰ ਪਿਆਰਾ ਲੱਗਦਾ ਹੈ। ਅਗਨ ਸਾਗਰ ਮਹਾਂ ਵਿਆਪੈ ਮਾਇਆ, ਉਹ ਸੰਸਾਰ ਤ੍ਰਿਸ਼ਨਾ ਦੀ ਅੱਗ ਦਾ ਸਮੁੰਦਰ ਹੈ। ਇਸ ਵਿੱਚ ਜੀਵਾਂ ਉੱਤੇ ਮਾਇਆ ਆਪਣਾ ਬਹੁਤ ਜ਼ੋਰ ਪਾ ਰੱਖਦੀ ਹੈ। ਇਹ ਸਾਰਾ ਜੋ ਮਾਇਆ ਦਿਖ ਰਹੀ ਹੈ, ਸਾਰੀ ਮਾਇਆ ਹੈ। ਇਸ ਸੰਸਾਰ ਭਾਵ ਸਾਗਰ ਸਮੁੰਦਰ ਵਿੱਚੋਂ ਉਹ ਗੁਰੂ ਦੇ ਸ਼ਬਦ ਨਾਲ ਹੀ ਪਾਰ ਲੰਘਿਆ ਜਾ ਸਕਦਾ, ਉਹ ਵੀ ਗੁਰੂ ਸਾਹਿਬ ਦੀ ਕਿਰਪਾ ਬਖਸ਼ਿਸ਼ ਨਦਰ ਹੋਏ ਤਾਂ। ਨਹੀਂ ਤਾਂ ਪੜ ਗੱਡੇ ਲੱਦੀਏ, ਗੁਰੂ ਨਾਨਕ ਸਾਹਿਬ ਨੇ ਕਿਹਾ। ਗੁਰੂ ਨਾਨਕ ਸਾਹਿਬ ਜੀ ਸਮਝਾ ਗਏ ਨੇ, ਜਦੋਂ ਤੱਕ ਉਸ ਗੁਰੂ ਸਾਹਿਬ ਦੀ ਬਖਸ਼ਿਸ਼ ਨਹੀਂ ਹੁੰਦੀ, ਪੜ ਕੇ ਭਾਵੇਂ ਤੁਸੀਂ ਟਰੱਕ ਲੱਦ ਲਓ, ਗੱਡੇ ਭਰ ਲਓ, ਜਦੋਂ ਤੱਕ ਗੁਰੂ ਸਾਹਿਬ ਬਖਸ਼ਿਸ਼ ਨਹੀਂ ਕਰਦੇ, ਨਦਰ ਨਹੀਂ ਕਰਦੇ, ਤਦ ਤੱਕ ਤੁਸੀਂ ਉਸ ਭਾਵ ਸਾਗਰ ਸਮੁੰਦਰ ਤੋਂ, ਜਨਮ ਮਰਨ ਦੇ ਗੇੜ ਤੋਂ ਖਲਾਸੀ ਨਹੀਂ ਪਾ ਸਕਦੇ। ਸੇ ਸੀਤਲ ਜਿਨ ਸਤਿਗੁਰੂ ਪਾਇਆ, ਜਿਨ੍ਹਾਂ ਵਡਭਾਗੀਆਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਇਸ ਅਗਨ ਸਾਗਰ ਵਿੱਚ ਵਿਚਰਦੇ ਹੋਏ ਵੀ ਅੰਤਰ ਆਤਮੇ ਠੰਡੇ ਠਾਰ ਟਿਕੇ ਰਹਿੰਦੇ ਹਨ, ਜਿਨ੍ਹਾਂ ਦੀ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਜਾਂਦੀ, ਨਦਰ ਹੋ ਜਾਂਦੀ ਹੈ। ਰਾਖ ਲੈ ਪ੍ਰਭ ਰਾਖਣਹਾਰਾ, ਬਚਾਉਣ ਦੀ ਤਾਕਤ ਰੱਖਣ ਵਾਲਾ ਪਰਮਾਤਮਾ ਆਪ ਹੀ ਬਚਾਉਂਦਾ ਹੈ। ਕਹੋ ਨਾਨਕ ਕਿਆ ਜੰਤ ਵਿਚਾਰਾ, ਪਰ ਹੇ ਨਾਨਕ, ਡਰ ਸਹਿਮ ਤੋਂ ਬਚਣ ਲਈ, ਅਗਨ ਸਾਗਰ ਦੇ ਵਿਕਾਰਾਂ ਦੇ ਸੇਕ ਤੋਂ ਬਚਣ ਲਈ ਜੀਵਾਂ ਵਿਚਾਰਿਆਂ ਦੇ ਕੀ ਵਸ ਹੈ, ਕੀ ਪਾਇਆ ਹੈ। ਇਹ ਪ੍ਰਸ਼ਨ ਕਰ ਰਹੇ ਨੇ ਗੁਰੂ ਸਾਹਿਬ ਜੀ। ਇਸ ਵਾਸਤੇ ਉਸ ਪਰਮਾਤਮਾ ਦਾ ਪੱਲਾ ਫੜੀ ਰੱਖ, ਹੋਰ ਕੋਈ ਹਿੱਲਾ ਨਹੀਂ, ਹੋਰ ਕੋਈ ਵਸ ਨਹੀਂ। ਇਹ ਗੁਰੂ ਸਾਹਿਬ ਹੀ ਪਾਰ ਲੰਘਾ ਸਕਦੇ ਨੇ। ਗੁਰੂ ਸਾਹਿਬ ਦੀ ਨਜ਼ਰ ਕਿਰਪਾ ਹੋਏਗੀ, ਬਖਸ਼ੇ। ਪੱਲਾ ਫੜਨਾ, ਗੁਰੂ ਦੀ ਸ਼ਬਦ 'ਤੇ ਗੁਰੂ ਦੀ ਮੱਤ 'ਤੇ ਚੱਲਣਾ, ਗੁਰੂ ਦੇ ਸ਼ਬਦ ਦੀ ਸਿਫਤ ਸਲਾਹ ਕਰਨਾ, ਵਿਚਾਰ ਕਰਨਾ, ਉਸ ਦੇ ਗੁਣਾਂ ਨੂੰ ਅਪਣਾਉਣਾ, ਬਸ ਇਹੀ ਹੈ ਗੁਰੂ ਦਾ ਪੱਲਾ ਫੜਨਾ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਤੁਮਰੀ ਕਿਰਪਾ ਤੇ ਜਪੀਐ ਨਾਉ, ਹੇ ਪਾਰ ਬ੍ਰਹਮ ਪ੍ਰਭੂ, ਤੇਰੀ ਮਿਹਰ ਨਾਲ ਹੀ ਤੇਰਾ ਨਾਮ ਜਪਿਆ ਜਾ ਸਕਦਾ ਹੈ। ਤੁਮਰੀ ਕਿਰਪਾ ਤੇ ਦਰਗੇ ਥਾਉ, ਤੇਰੀ ਕਿਰਪਾ ਨਾਲ ਹੀ ਤੇਰੀ ਦਰਗਾਹ ਵਿੱਚ ਜੀਵ ਨੂੰ ਇੱਜ਼ਤ ਮਿਲ ਸਕਦੀ ਹੈ। ਤੁਝ ਬਿਨ ਪਾਰ ਬ੍ਰਹਮ ਨਾਹੀ ਕੋਏ, ਹੇ ਪਾਰ ਬ੍ਰਹਮ ਪ੍ਰਭੂ, ਤੈਥੋਂ ਬਿਨਾਂ ਜੀਵ ਦਾ ਹੋਰ ਕੋਈ ਆਸਰਾ ਨਹੀਂ ਹੈ। ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਓ, ਤੇਰੀ ਕਿਰਪਾ ਨਾਲ ਹੀ ਜੀਵ ਨੂੰ ਸਦਾ ਲਈ ਆਤਮਕ ਆਨੰਦ ਮਿਲ ਸਕਦਾ ਹੈ। ਰਹਾਓ ਰੁਕ ਜਾਣਾ। ਤੁਮ ਮਨ ਵਸੈ ਤੋ ਦੁੱਖ ਨਾ ਲਾਗੈ, ਹੇ ਪਾਰ ਬ੍ਰਹਮ ਪ੍ਰਭੂ, ਜੇ ਤੂੰ ਜੀਵ ਦੇ ਮਨ ਵਿੱਚ ਆ ਵਸੇ ਤਾਂ ਜੀਵ ਨੂੰ ਕੋਈ ਦੁੱਖ ਪੋ ਨਹੀਂ ਸਕਦਾ, ਭਾਵ ਦੁੱਖ ਨੇੜੇ ਨਹੀਂ ਆ ਸਕਦਾ। ਜਿਸ ਵਿੱਚ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ, ਜਿਸ 'ਤੇ ਗੁਰੂ ਸਾਹਿਬ ਦੀ ਨਜ਼ਰ ਹੋ ਜਾਂਦੀ, ਬਖਸ਼ਿਸ਼ ਹੋ ਜਾਂਦੀ ਹੈ। ਤੁਮਰੀ ਕਿਰਪਾ ਤੈ ਪਰਮ ਭਉ ਭਾਗੈ, ਤੇਰੀ ਮਿਹਰ ਨਾਲ ਜੀਵ ਦੀ ਭਟਕਣਾ ਦੂਰ ਹੋ ਜਾਂਦੀ ਹੈ, ਜੀਵ ਦਾ ਡਰ ਸਹਿਮ ਭੱਜ ਜਾਂਦਾ ਹੈ। ਪਾਰ ਬ੍ਰਹਮ ਅਪਰੰਪਰ ਸੁਆਮੀ, ਹੇ ਪਾਰ ਬ੍ਰਹਮ ਪ੍ਰਭੂ, ਹੇ ਬੇਅੰਤ ਪ੍ਰਭੂ, ਹੇ ਜਗਤ ਦੇ ਮਾਲਕ ਪ੍ਰਭੂ, ਸਗਲ ਘਟਾ ਕੇ ਅੰਤਰਜਾਮੀ, ਹੇ ਸਾਰੇ ਜੀਵਾਂ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ, ਕਰੋ ਅਰਦਾਸ ਆਪਣੇ ਸਤਿਗੁਰ ਪਾਸ। ਜੇ ਤੇਰੀ ਮਿਹਰ ਹੋਵੇ ਤਾਂ ਹੀ ਮੈਂ ਆਪਣੇ ਗੁਰੂ ਅੱਗੇ ਇਹ ਅਰਦਾਸ ਕਰ ਸਕਦਾ ਹਾਂ। ਨਾਨਕ ਨਾਮ ਮਿਲੇ ਸੱਚ ਰਾਸ, ਕਿ ਮੈਨੂੰ ਨਾਨਕ ਨੂੰ ਪ੍ਰਭੂ ਦਾ ਨਾਮ ਮਿਲੇ। ਨਾਨਕ ਵਾਸਤੇ ਨਾਮ ਹੀ ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ। ਗੁਰੂ ਪਾਤਸ਼ਾਹ ਜੀ ਅੱਗੇ ਆਪਾਂ ਨੂੰ ਬਖਸ਼ਿਸ਼ ਕਰ ਰਹੇ ਨੇ। ਗੌੜੀ ਮਹੱਲਾ ਪੰਜਵਾਂ। ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਗੌੜੀ ਬਾਣੀ ਵਿੱਚ ਆਪਾਂ ਨੂੰ ਕੀ ਸਮਝਾ ਰਹੇ ਨੇ। ਕਣ ਬਿਨਾ ਜੈਸੇ ਥੋਥਰ ਤੁਖਾ, ਜਿਵੇਂ ਦਾਣਿਆਂ ਤੋਂ ਦਾਣਾ ਬਿਨਾ ਖਾਲੀ ਤੋਹ ਕਿਸੇ ਕੰਮ ਨਹੀਂ ਆਉਂਦੇ। ਜਿਵੇਂ ਦਾਣਿਆਂ ਤੋਂ ਬਿਨਾ ਖਾਲੀ ਤੋਹ, ਭਾਵ ਡਰਮ ਦਾਣਿਆਂ ਤੋਂ ਬਿਨਾ ਖਾਲੀ ਪਏ ਨੇ। ਉਸ ਦਾਣੇ ਤੋਂ ਦਾਣਾ ਜੇ ਖੇਤ 'ਚ ਪਾਵਾਂਗੇ ਤਾਂ ਉਸਨੇ ਫੁੱਟਣਾ ਹੈ, ਅਤੇ ਜੇ ਦਾਣੇ ਨਹੀਂ, ਬੀਜ ਨਹੀਂ ਪਾਇਆ ਤਾਂ ਖੇਤ ਵੀ ਖਾਲੀ ਰਹਿ ਜਾਂਦੇ ਹਨ। ਇਸ ਤਰ੍ਹਾਂ ਆਪਣੇ ਸਰੀਰ ਹੈ,
ਇਸ ਵਿੱਚ ਉਸ ਨਾਮ ਦਾ ਬੀਜ ਪਾਵਾਂਗੇ ਤਾਂ ਇਸ ਨੇ ਹਰਾ ਹੋਣਾ, ਅਦਰਵਾਈਜ਼ ਇਹ ਵੀ ਖੁੰਨਾ ਖਾਲੀ ਜਿਵੇਂ ਆਇਆ ਸੀ ਉਵੇਂ ਤੁਰ ਜਾਏਗਾ। ਜਨਮ ਮਰਨ ਦੇ ਚੱਕਰਾਂ 'ਚ ਪਿਆ ਰਹੇਗਾ। ਜਨਮ ਮਰਨ ਦੇ ਗੇੜ ਤੋਂ ਖਲਾਸੀ ਨਹੀਂ ਹੋਣੀ ਇਨਾਮ ਤੋਂ ਬਿਨਾਂ। ਨਾਮ ਬਹੂਣ ਸੁਣੈ ਸੇ ਮੁਖਾ। ਇਸੇ ਤਰ੍ਹਾਂ ਉਹ ਮੂੰਹ ਸੁੰਨੇ ਹਨ ਜੋ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਹਨ, ਭਾਵ ਖਾਲੀ ਹਨ, ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਉਹ ਮਾਲਕ ਦਾ ਨਾਮ ਨਹੀਂ ਹੈ, ਉਸ ਦੀ ਯਾਦ ਨਹੀਂ ਹੈ, ਉਸ ਨਜ਼ਰ ਦੀ ਬਖਸ਼ਿਸ਼ ਨਹੀਂ ਹੋਈ। ਹਰ ਹਰ ਨਾਮ ਜਪੋ ਨਿਤ ਪ੍ਰਾਣੀ। ਹੇ ਪ੍ਰਾਣੀ, ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹੋ। ਨਾਮ ਬਹੂਣ ਦਿਰਘ ਦੇ ਬੇਗਾਨੀ ਰਹਾਓ। ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਸਰੀਰ ਜੋ ਆਖਰ ਪਰਾਇਆ ਹੋ ਜਾਂਦਾ ਹੈ, ਜੋ ਮੌਤ ਆਉਣ 'ਤੇ ਛੱਡਣਾ ਪੈਂਦਾ ਹੈ, ਫਿਟਕਾਰ ਯੋਗ ਕਿਹਾ ਜਾਂਦਾ ਹੈ। ਨਾਮ ਤੋਂ ਬਿਨਾਂ ਇਹ ਜੀਵਨ ਫਿਟਕਾਰ ਯੋਗ ਹੈ। ਰਹਾਓ, ਰੁਕ ਜਾਣਾ। ਨਾਮ ਬਿਨਾਂ ਨਾ ਹੀ ਮੁਖ ਭਾਗ। ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਕਿਸੇ ਮੱਥੇ ਉੱਤੇ ਭਾਗ ਨਹੀਂ ਖੁੱਲ੍ਹਦਾ, ਭਾਗ ਨਹੀਂ ਜਾਗਦੇ ਜਦੋਂ ਤੱਕ ਉਸ ਦਾ ਨਾਮ ਨਹੀਂ ਜਪਦੇ। ਉਸ ਨੂੰ ਸਵਾਸ ਸਵਾਸ ਜਪਣਾ ਪੈਣਾ, ਯਾਦ ਕਰਨਾ ਪੈਣਾ, ਉਸ ਦੀ ਮੱਤ 'ਤੇ ਚੱਲਣਾ ਪੈਣਾ, ਫਿਰ ਭਾਗ ਜਾਗਦੇ ਹਨ। ਭਰਤ ਬਹੂਣ ਕਹਾਂ ਸੁਹਾਗ। ਖਸਮ ਤੋਂ ਬਿਨਾਂ ਇਸਤਰੀ ਦਾ ਸੁਹਾਗ ਨਹੀਂ ਹੋ ਸਕਦਾ। ਇਸਤਰੀ ਸੁਹਾਗਣ ਨਹੀਂ ਹੋ ਸਕਦੀ ਖਸਮ ਤੋਂ ਬਿਨਾਂ। ਉਹ ਮਾਲਕ ਆਪਣਾ ਖਸਮ ਹੈ, ਆਪਾਂ ਉਸ ਦੀਆਂ ਸਾਰੀਆਂ ਇਸਤਰੀਆਂ ਹਾਂ। ਨਾਮ ਵਿਸਾਰ ਲੱਗੇ ਅਨਸਵਾਏ। ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਹੋਰ ਸਵਾਦ ਵਿੱਚ ਰੁੱਝਦਾ ਹੈ ਤਾਂ ਕਿ ਆਸ ਨਾ ਪੂਜੇ ਕਾਏ। ਉਸ ਦੀ ਕੋਈ ਆਸ ਸਿਰੇ ਨਹੀਂ ਚੜ੍ਹਦੀ। ਕਰ ਕਿਰਪਾ ਪ੍ਰਭ ਆਪਣੀ ਦਾਤ। ਹੇ ਪ੍ਰਭੂ, ਮਿਹਰ ਕਰਕੇ ਤੂੰ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਬਖਸ਼ਦਾ ਹੈ, ਨਾਨਕ ਨਾਮ ਜਪੇ ਦਿਨ ਰਾਤ। ਉਹ ਨਾਨਕ ਦਿਨ ਰਾਤ ਤੇਰਾ ਪ੍ਰਭੂ ਦਾ ਨਾਮ ਜਪਦਾ ਰਹਿੰਦਾ ਹੈ। ਦਾਸ ਉਸ ਦਾ ਨਾਮ ਦਿਨ ਰਾਤ ਜਪਦਾ ਰਹਿੰਦਾ ਹੈ। ਇਸ ਵਕਤ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ 9:30 ਦੇ ਕਰੀਬ ਹੋ ਗਏ ਨੇ। ਅੱਜ ਦਿਨੇ ਟਾਈਮ ਨਹੀਂ ਮਿਲਿਆ, ਗੁਰੂ ਸਾਹਿਬ ਨੇ ਹੁਣ ਟਾਈਮ ਬਖਸ਼ਿਆ ਹੈ। ਇਹ ਸਭ ਉਸ ਦੀ ਨਜ਼ਰ ਹੈ, ਬਖਸ਼ਿਸ਼ ਹੈ, ਤਾਂ ਇਹ ਜਪਿਆ ਜਾ ਰਿਹਾ। ਅਦਰਵਾਈਜ਼ ਕਿੱਥੋਂ ਇਹ ਆਪਣੇ ਭਾਗਾਂ 'ਚ ਹੈਗਾ ਸੀ, ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਤਾਂ ਆਪਾਂ ਜਪ ਰਹੇ ਹਾਂ ਅਤੇ ਜਪਾ ਰਹੇ ਹਾਂ। ਇਹ ਸਭ ਉਸ ਮਾਲਕ ਦੀ ਨਜ਼ਰ ਬਖਸ਼ਿਸ਼ ਕਾਰਨ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 193 ਅੰਗ 'ਤੇ ਜਾ ਰਹੇ ਹਾਂ। ਇਸ ਵਿੱਚ ਗੁਰੂ ਸਾਹਿਬ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ, ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਤੂੰ ਸਮਰੱਥ, ਤੂੰ ਹੈ ਮੇਰਾ ਸੁਆਮੀ। ਹੇ ਪਾਰਬ੍ਰਹਮ, ਤੂੰ ਸਭ ਤਾਕਤਾਂ ਦਾ ਮਾਲਕ ਹੈ। ਤੂੰ ਮੇਰਾ ਮਾਲਕ ਹੈ, ਮੈਨੂੰ ਤੇਰਾ ਹੀ ਆਸਰਾ ਹੈ। ਸਭ ਕਿਛ ਤੁਮ ਤੇ ਤੂੰ ਅੰਤਰਜਾਮੀ। ਤੂੰ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ। ਜੋ ਕੁਝ ਜਗਤ ਵਿੱਚ ਹੋ ਰਿਹਾ ਹੈ ਤੇਰੀ ਪ੍ਰੇਰਨਾ ਨਾਲ ਹੀ ਹੋ ਰਿਹਾ ਹੈ, ਤੇਰੀ ਬਖਸ਼ਿਸ਼ ਸਦਕਾ ਹੀ ਹੋ ਰਿਹਾ ਹੈ, ਤੇਰੀ ਰਜ਼ਾ ਮੁਤਾਬਕ ਹੀ ਹੋ ਰਿਹਾ ਹੈ। ਪਾਰ ਬ੍ਰਹਮ ਪੂਰਨ ਜਨ ਓਟ। ਹੇ ਸਰਬ ਵਿਆਪਕ ਪਾਰ ਬ੍ਰਹਮ ਪ੍ਰਭੂ, ਤੇਰਾ ਸੇਵਕਾਂ ਨੂੰ ਤੇਰਾ ਹੀ ਆਸਰਾ ਹੁੰਦਾ ਹੈ। ਤੇਰੀ ਸ਼ਰਨ ਉਧਰੈ ਜਨ ਕੋਟ। ਰਹਾਓ, ਕਰੋੜਾਂ ਹੀ ਮਨੁੱਖ ਤੇਰੀ ਸ਼ਰਨ ਪੈ ਕੇ ਸੰਸਾਰ ਸਮੁੰਦਰ ਤੋਂ ਬਚ ਜਾਂਦੇ ਹਨ। ਰਹਾਓ, ਰੁਕ ਜਾਣਾ। ਜੇਤੇ ਜੀ ਤੇਤੇ ਸਭ ਤੇਰੇ। ਹੇ ਪਾਰ ਬ੍ਰਹਮ, ਜਗਤ ਵਿੱਚ ਜਿਤਨੇ ਵੀ ਜੀਵ ਹਨ ਸਭ ਤੇਰੇ ਹੀ ਪੈਦਾ ਕੀਤੇ ਹੋਏ ਹਨ। ਤੁਮਰੀ ਕਿਰਪਾ ਤੇ ਸੁਖ ਗਨੇਰੇ। ਤੇਰੀ ਮਿਹਰ ਨਾਲ ਹੀ ਜੀਵਾਂ ਨੂੰ ਅਨੇਕਾਂ ਸੁੱਖ ਮਿਲ ਰਹੇ ਹਨ। ਜੋ ਕਿਛ ਵਰਤੈ ਸਭ ਤੇਰਾ ਭਾਣਾ। ਹੇ ਪਾਰ ਬ੍ਰਹਮ, ਸੰਸਾਰ ਵਿੱਚ ਜੋ ਕੁਝ ਵਾਪਰ ਰਿਹਾ ਹੈ ਉਹੀ ਵਾਪਰਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ। ਹੁਕਮ ਬੂਝੈ ਸੋ ਸੱਚ ਸਮਾਣਾ। ਜਿਹੜਾ ਮਨੁੱਖ ਤੇਰੀ ਰਜ਼ਾ ਨੂੰ ਸਮਝ ਲੈਂਦਾ ਹੈ ਉਹ ਤੇਰਾ ਸਦਾ ਥਿਰ ਰਹਿਣ ਵਾਲੇ ਨਾਮ ਵਿੱਚ ਲੀਨ ਰਹਿੰਦਾ ਹੈ। ਕਰ ਕਿਰਪਾ ਦੀਜੇ ਪ੍ਰਭ ਦਾਨ। ਹੇ ਪ੍ਰਭੂ, ਮਿਹਰ ਕਰਕੇ ਆਪਣੇ ਨਾਮ ਦੀ ਦਾਤ ਬਖਸ਼। ਨਾਨਕ ਸਿਮਰੈ ਨਾਮ ਨਿਧਾਨ। ਤਾਂ ਕਿ ਤੇਰਾ ਦਾਸ ਨਾਨਕ ਤੇਰੇ ਨਾਮ ਸਿਮਰਦਾ ਰਹੇ। ਤੇਰਾ ਨਾਮ ਹੀ ਤੇਰੇ ਦਾਸ ਵਾਸਤੇ ਸਭ ਸੁੱਖਾਂ ਦਾ ਖਜ਼ਾਨਾ ਹੈ। ਗੌੜੀ ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਗੌੜੀ ਬਾਣੀ ਵਿੱਚ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਤਾਂ ਕਾ ਦਰਸ ਪਾਈਐ ਵਡਭਾਗੀ।
ਉਸ ਮਨੁੱਖ ਦਾ ਦਰਸ਼ਨ ਵੱਡੇ ਭਾਗਾਂ ਨਾਲ ਮਿਲਦਾ ਹੈ। ਜਾ ਕੀ ਰਾਮ ਨਾਮ ਲਿਵਲ ਲਾਗੀ, ਜਿਸ ਦੀ ਲਗਨ ਪਰਮਾਤਮਾ ਦੇ ਨਾਮ ਵਿੱਚ ਲੱਗੀ ਰਹਿੰਦੀ ਹੈ। ਜਾ ਕੈ ਹਰ ਵਸਿਆ ਮਨ ਮਾਹੀ, ਜਿਸ ਮਨੁੱਖ ਦੇ ਮਨ ਵਿੱਚ ਸਦਾ ਪਰਮਾਤਮਾ ਦਾ ਨਾਮ ਵਸਿਆ ਰਹਿੰਦਾ ਹੈ। ਤਾਂ ਕੋ ਦੁੱਖ ਸੁਪਨੇ ਵੀ ਨਾਹੀ ਰਹਾਓ, ਉਸ ਮਨੁੱਖ ਨੂੰ ਕਦੇ ਸੁਪਨੇ ਵਿੱਚ ਵੀ ਕੋਈ ਦੁੱਖ ਪੋ ਨਹੀਂ ਸਕਦਾ, ਉਸਦੇ ਨੇੜੇ ਨਹੀਂ ਆਉਂਦਾ। ਰਹਾਓ ਰੁਕ ਜਾਣਾ। ਸਰਬ ਨਿਧਾਨ ਰਾਖੇ ਜਨ ਮਾਹੇ, ਨਾਮ ਦੀ ਲਗਨ ਵਾਲੇ ਸੇਵਕ ਦੇ ਹਿਰਦੇ ਵਿੱਚ ਪਰਮਾਤਮਾ ਸਾਰੇ ਆਤਮਿਕ ਗੁਣਾਂ ਦੇ ਖਜ਼ਾਨੇ ਪਾ ਰੱਖਦਾ ਹੈ। ਤਾਂ ਕਹਿ ਸੰਗ ਕਿਲ ਵਿਖ ਦੁੱਖ ਜਾਏ, ਅਜਿਹਾ ਸੇਵਕ ਦੀ ਸੰਗਤ ਵਿੱਚ ਰਿਹਾ ਪਾਪ ਤੇ ਦੁੱਖ ਦੂਰ ਹੋ ਜਾਂਦੇ ਹਨ। ਜਨ ਕੀ ਮਹਿਮਾ ਕਥੀ ਨਾ ਜਾਏ, ਇਹੋ ਜਿਹੇ ਸੇਵਕ ਦੀ ਆਤਮਿਕ ਉੱਚਤਾ ਬਿਆਨ ਨਹੀਂ ਕੀਤੀ ਜਾ ਸਕਦੀ। ਪਾਰ ਬ੍ਰਹਮ ਜਨ ਰਿਹਾ ਸਮਾਏ, ਉਹ ਸੇਵਕ ਉਸ ਪਾਰ ਬ੍ਰਹਮ ਦਾ ਰੂਪ ਬਣ ਜਾਂਦਾ ਹੈ ਜੋ ਸਭ ਜੀਵਾਂ ਵਿੱਚ ਵਿਆਪਕ ਹੈ। ਕਰ ਕਿਰਪਾ ਪ੍ਰਭ ਬਿਨੋ ਸੁਨੀਜੈ, ਹੇ ਪ੍ਰਭੂ ਮੇਰੀ ਬੇਨਤੀ ਸੁਣ ਮਿਹਰ ਕਰ। ਦਾਸ ਕੀ ਧੂਰ ਨਾਨਕ ਕੋ ਦੀਜੈ, ਮੈਨੂੰ ਨਾਨਕ ਨੂੰ ਆਪਣੇ ਅਜਿਹੇ ਸੇਵਕ ਦੇ ਚਰਨਾਂ ਦੀ ਧੂੜ ਦੇ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ। ਹਰ ਸਿਮਰਤ ਤੇਰੀ ਜਾਏ ਬੁਲਾਏ, ਪਰਮਾਤਮਾ ਦਾ ਸਿਮਰਨ ਕਰਦਿਆਂ ਤੇਰੇ ਵੈਰਨ ਮਾਇਆ ਡੈਣ ਤੈਥੋਂ ਪਰੇ ਹਟ ਜਾਂਦੀ ਹੈ। ਸਰਬ ਕਲਿਆਣ ਵਸੇ ਮਨ ਆਏ, ਜੇ ਪਰਮਾਤਮਾ ਦਾ ਨਾਮ ਤੇਰੇ ਮਨ ਵਿੱਚ ਆ ਵਸੇ ਤਾਂ ਤੇਰੇ ਅੰਦਰ ਸਾਰੇ ਸੁੱਖ ਆ ਵਸਣਗੇ। ਭਜ ਮਨ ਮੇਰੇ ਏਕੋ ਨਾਮ, ਹੇ ਮੇਰੇ ਮਨ ਇੱਕ ਪਰਮਾਤਮਾ ਦਾ ਹੀ ਨਾਮ ਸਿਮਰਦਾ ਰਹੋ। ਜੀ ਤੇਰੇ ਕਹਿ ਆਵੈ ਕਾਮ ਰਹਾਓ, ਇਹ ਨਾਮ ਹੀ ਤੇਰੀ ਜਿੰਦ ਦੇ ਕੰਮ ਆਏਗਾ। ਜਿੰਦ ਦੇ ਨਾਮ ਨਾਲ ਸਾਥ ਨਿਭੇਗਾ, ਇਹ ਜਿੰਦ ਦੇ ਨਾਲ ਤੇਰੇ ਜਾਏਗਾ ਸਾਥ। ਉਹ ਸੱਚਾ ਨਾਮ ਹੈ ਪ੍ਰਭੂ ਦਾ। ਰਹਾਓ ਰੁਕ ਜਾਣਾ। ਰਹਿਣ ਦਿਨਸ ਗੁਣ ਗਾਓ ਅਨੰਤਾ, ਦਿਨ ਰਾਤ ਬੇਅੰਤ ਪਰਮਾਤਮਾ ਦੇ ਗੁਣ ਗਾਇਆ ਕਰ। ਗੁਰ ਪੂਰੇ ਕਾ ਨਿਰਮਲ ਮੰਤਾ, ਤੇ ਪੂਰੇ ਗੁਰੂ ਦਾ ਪਵਿੱਤਰ ਉਪਦੇਸ਼ ਲੈ। ਛੋੜ ਉਪਾਵ ਏਕ ਟੇਕ ਰਾਖ, ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਹੋਰ ਸਾਰੇ ਹੀਲੇ ਛੱਡ ਤੇ ਇੱਕ ਪਰਮਾਤਮਾ ਦੇ ਨਾਮ ਦਾ ਆਸਰਾ ਰੱਖ। ਮਹਾ ਪਦਾਰਥ ਅੰਮ੍ਰਿਤ ਰਸ ਚਾਖ, ਆਤਮਕ ਜੀਵਨ ਦੇਣ ਵਾਲਾ ਨਾਮ ਰਸ ਚਖ, ਇਹੀ ਹੈ ਸਭ ਪਦਾਰਥਾਂ ਤੋਂ ਸ੍ਰੇਸ਼ਟ ਪਦਾਰਥ। ਬਿਖਮ ਸਾਗਰ ਤੇਹੀ ਜਨ ਤਰੈ, ਹੇ ਨਾਨਕ ਉਹੀ ਮਨੁੱਖ ਔਖੇ ਸੰਸਾਰ ਸਮੁੰਦਰ ਤੋਂ ਆਤਮਕ ਪੂੰਜੀ ਸਮੇਤ ਪਾਰ ਲੰਘਦੇ ਹਨ। ਭਾਵ ਆਤਮ ਪੂੰਜੀ ਆਪਣਾ ਨਾਮ ਧਨ ਨਾਲ ਲੈ ਕੇ ਪਾਰ ਲੰਘਦੇ ਹਨ। ਨਾਨਕ ਜਾ ਕੋ ਨਦਰ ਕਰੇ, ਜਿਨ੍ਹਾਂ 'ਤੇ ਪਰਮਾਤਮਾ ਆਪ ਮਿਹਰ ਦੀ ਨਜ਼ਰ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਕਿਰਪਾ ਕਰਦਾ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਹਿਰਦੇ ਚਰਨ ਕਮਲ ਪ੍ਰਭ ਧਾਰੈ, ਹੇ ਮੇਰੇ ਭਾਈ ਜਿਹੜੇ ਮਨੁੱਖ ਪਰਮਾਤਮਾ ਦੇ ਸੁੰਦਰ ਚਰਨ ਆਪਣੇ ਹਿਰਦੇ ਵਿੱਚ ਟਿਕਾਉਂਦੇ ਹਨ। ਸੁੰਦਰ ਚਰਨ ਭਾਵ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਟਿਕਾਉਂਦੇ ਹਨ, ਗੁਰੂ ਦੀ ਮੱਤ 'ਤੇ ਚੱਲਦੇ ਹਨ। ਪੂਰੇ ਸਤਿਗੁਰ ਮਿਲ ਨਿਸਤਾਰੈ, ਪੂਰੇ ਸਤਿਗੁਰੂ ਨੂੰ ਮਿਲ ਕੇ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਆਪਣਾ ਪੂਰਾ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਗੋਬਿੰਦ ਗੁਣ ਗਾਵੋ ਮੇਰੇ ਭਾਈ, ਹੇ ਮੇਰੇ ਮਨ ਭਾਈ ਗੋਬਿੰਦ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਰਹੋ। ਉਸ ਵਾਹਿਗੁਰੂ ਦੇ ਸਿਫਤ ਸਲਾਹ ਦੇ ਗੀਤ ਗਾਉਂਦੇ ਰਹੋ। ਉਹ ਅੱਲਾ ਵਾਹਿਗੁਰੂ ਗੋੜ ਪਰਮਾਤਮਾ ਰਾਮ ਉਹ ਸਭ ਇੱਕ ਹੀ ਹੈ। ਮਿਲ ਸਾਧੂ ਹਰ ਨਾਮ ਧਿਆਈ ਰਹਾਓ, ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰੋ। ਰਹਾਓ ਰੁਕ ਜਾਣਾ। ਗੁਰੂ ਨੂੰ ਮਿਲਣਾ ਕਿਹਨੂੰ ਹੈ? ਗੁਰੂ ਸ਼ਬਦ ਹੈ। ਗੁਰੂ ਨਾਨਕ ਦੇਵ ਜੀ ਆਪਾਂ ਨੂੰ ਸਮਝਾ ਕੇ ਗਏ ਨੇ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਤੁਹਾਡੀ ਸੁਰਤ ਸੇਵਕ ਹੈ ਔਰ ਸ਼ਬਦ ਗੁਰੂ ਹੈ ਆਪਣੇ ਸਭਨਾਂ ਦੀ। ਰਹਾਓ ਰੁਕ ਜਾਣਾ। ਦੁਰਲਭ ਦੇਹ ਹੋਈ ਪ੍ਰਵਾਨ, ਹੇ ਮੇਰੇ ਭਾਈ
ਉਹਨਾਂ ਮਨੁੱਖਾਂ ਦਾ ਸਰੀਰ ਬੜੀ ਕਠਿਨਤਾ ਨਾਲ ਮਿਲਿਆ ਹੋਇਆ ਮਨੁੱਖਾ ਸਰੀਰ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਕਬੂਲ ਹੋ ਜਾਂਦਾ ਹੈ। ਸਤਿਗੁਰ ਤੇ ਪਾਇਆ ਨਾਮ ਨਿਸ਼ਾਨ। ਜਿਨ੍ਹਾਂ ਮਨੁੱਖਾਂ ਨੇ ਇਸ ਜੀਵਨ ਸਫ਼ਰ ਵਿੱਚ ਸਤਿਗੁਰੂ ਪਾਸੋਂ ਪਰਮਾਤਮਾ ਦੇ ਨਾਮ ਦੀ ਰਾਹਦਾਰੀ ਹਾਸਲ ਕਰ ਲਈ ਹੈ। ਭਾਵ ਪਹਿਲਾਂ ਇੱਕ ਚੁੰਗੀ ਲੱਗਦੀ ਹੁੰਦੀ ਸੀ ਰਾਹਦਾਰੀ, ਜਦੋਂ ਸ਼ਹਿਰ 'ਚ ਐਂਟਰੀ ਹੁੰਦੀ ਸੀ ਤਾਂ ਇੱਕ ਪਰਚੀ ਕੱਟੀ ਜਾਂਦੀ ਸੀ ਕਿ ਤੁਸੀਂ ਹੁਣ ਲਿਜਾ ਸਕਦੇ ਹੋ ਇਸ ਸਮਾਨ ਨੂੰ। ਰਾਹਦਾਰੀ ਉਹ ਭਾਵ ਗੁਰੂ ਸਾਹਿਬ ਰਾਹਦਾਰੀ ਬਣਾ ਦਿੰਦੇ ਨੇ ਆਪਾਂ ਨੂੰ ਉਸ ਪ੍ਰਲੋਕ ਦੀ, ਜਿੱਥੇ ਸੱਚਖੰਡ ਜਿਹੜਾ ਕਹਿੰਦੇ ਨੇ ਬਈ, ਜਿੱਥੇ ਭਵ ਸਾਗਰ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੀ ਆਪਾਂ ਨੂੰ ਰਾਹਦਾਰੀ ਮਿਲ ਜਾਂਦੀ ਹੈ, ਜਨਮ ਮਰਨ ਤੋਂ ਖਲਾਸੀ ਮਿਲ ਜਾਂਦੀ ਹੈ, ਉਸ ਪਰਮਾਤਮਾ ਨਾਲ ਇੱਕਮਿਕ ਹੋ ਜਾਂਦਾ ਹੈ ਉਹ ਮਨੁੱਖ ਜਿਸ 'ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਨਜ਼ਰ ਹੁੰਦੀ ਹੈ। ਹਰ ਸਿਮਰਤ ਪੂਰਨ ਪਦ ਪਾਇਆ। ਹੇ ਭਾਈ, ਹੇ ਮੇਰੇ ਭਾਈ, ਪਰਮਾਤਮਾ ਦਾ ਨਾਮ ਸਿਮਰਦਿਆਂ ਉਹ ਮਨੁੱਖ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਹੈ ਜਿੱਥੇ ਕਿਸੇ ਲੁਕਾਈ ਦੀ ਸੰਭਾਵਨਾ ਨਹੀਂ ਰਹਿ ਜਾਂਦੀ। ਸਾਧ ਸੰਗ ਭੈ ਭਰਮ ਮਿਟਾਇਆ। ਸਾਧ ਸੰਗਤ ਵਿੱਚ ਰਹਿ ਕੇ ਮਨੁੱਖ ਸਾਰੇ ਡਰ ਸਾਰੀਆਂ ਭਟਕਣਾ ਮਿਟਾ ਲੈਂਦਾ ਹੈ। ਜਤ ਕਤ ਦੇਖੋ ਤਤ ਰਹਾ ਸਮਾਏ। ਹੇ ਮੇਰੇ ਭਾਈ, ਗੁਰੂ ਦੀ ਸ਼ਰਨ ਦੀ ਬਰਕਤ ਨਾਲ ਮੈਂ ਜਿੱਧਰ ਵੀ ਵੇਖਦਾ ਹਾਂ ਉੱਧਰ ਹੀ ਪਰਮਾਤਮਾ ਵਿਆਪਕ ਦਿਸਦਾ ਹੈ। ਨਾਨਕ ਦਾਸ ਹਰ ਕੀ ਸਰਨਾਏ। ਹੇ ਨਾਨਕ, ਸੇਵਕ ਪ੍ਰਭੂ ਦੀ ਸ਼ਰਨ ਵਿੱਚ ਹੀ ਟਿਕੇ ਰਹਿੰਦੇ ਹਨ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਜੀ, ਗੁਰੂ ਜੀ ਕੇ ਦਰਸ਼ਨ ਕੋ ਬਲ ਜਾਓ। ਮੈਂ ਸਤਿਗੁਰੂ ਜੀ ਦੇ ਦਰਸ਼ਨ ਤੋਂ ਸਦਕੇ ਜਾਂਦਾ ਹਾਂ। ਦਰਸ਼ਨ ਕੀ ਨੇ? ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ, ਭਾਵ ਪਾਠ ਦੀਦਾਰ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਅਰਦਾਸ ਵਿੱਚ ਹਰ ਰੋਜ਼ ਪੜ੍ਹਦੇ ਹਾਂ। ਦਰਸ਼ਨ ਵੀ ਕਰਨੇ ਆ ਗੁਰੂ ਦੀ, ਵਿਚਾਰ ਵੀ ਕਰਨੀ ਹੈ ਗੁਰੂ ਦੀ, ਮੱਤ ਵੀ ਲੈਣੀ ਅਤੇ ਗੁਰੂ ਦੇ ਹੁਕਮ 'ਤੇ ਚੱਲਣਾ ਵੀ ਹੈ। ਗੁਰੂ ਦੀ ਮੱਤ 'ਤੇ ਚੱਲਣਾ ਹੈ ਜਿਸ ਤਰ੍ਹਾਂ ਆਪਾਂ ਨੂੰ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ, ਹੁਕਮ ਕਰਦੇ ਹਨ। ਜਪ ਜਪ ਜੀਵਾ ਸਤਿਗੁਰ ਨਾਉ। ਸਤਿਗੁਰੂ ਦਾ ਨਾਮ ਚੇਤੇ ਕਰ ਕਰਕੇ ਮੇਰੇ ਅੰਦਰ ਉੱਚਾ ਆਤਮਿਕ ਜੀਵਨ ਪੈਦਾ ਹੁੰਦਾ ਹੈ। ਪਾਰ ਬ੍ਰਹਮ ਪੂਰਨ ਗੁਰਦੇਵ। ਹੇ ਪੂਰਨ ਪਾਰ ਬ੍ਰਹਮ, ਹੇ ਗੁਰਦੇਵ, ਕਰ ਕਿਰਪਾ ਲਾਗੋ ਤੇਰੀ ਸੇਵ। ਰਹਾਉ। ਕਿਰਪਾ ਕਰ ਮੈਂ ਤੇਰੀ ਸੇਵਾ ਭਗਤੀ ਵਿੱਚ ਲੱਗਾ ਰਹਾਉ। ਇਸੇ ਤਰ੍ਹਾਂ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕੀਤੀ ਇੱਦਾਂ ਹੀ ਲਾਈ ਰੱਖੇ ਮਾਲਕ, ਕਿਰਪਾ ਕਰਦੇ ਰਹਿਣ। ਚਰਨ ਕਮਲ ਹਿਰਦੇ ਔਰ ਧਾਰੀ। ਇਸ ਵਾਸਤੇ ਗੁਰੂ ਦੇ ਸੋਹਣੇ ਚਰਨ ਮੈਂ ਆਪਣੇ ਮਨ ਵਿੱਚ, ਹਿਰਦੇ ਵਿੱਚ ਟਿਕਾਉਂਦਾ ਹਾਂ। ਚਰਨ ਭਾਵ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਟਿਕਾਣਾ, ਆਪਣੇ ਮਨ 'ਚ ਟਿਕਾਣਾ, ਯਾਦ ਰੱਖਣਾ ਔਰ ਗੁਰੂ ਦੀ ਮੱਤ 'ਤੇ ਚੱਲਣਾ। ਮਨ ਤਨ ਤਨ ਗੁਰ ਪ੍ਰਾਣ ਆਧਾਰੀ। ਗੁਰੂ ਦੇ ਚਰਨ ਮੇਰੇ ਮਨ ਦਾ, ਮੇਰੇ ਤਨ ਦਾ, ਮੇਰੇ ਧਨ ਦਾ, ਮੇਰੀ ਜਿੰਦ ਦਾ ਆਸਰਾ ਹਨ। ਗੁਰੂ ਦਾ ਸ਼ਬਦ ਭਾਵ ਮੇਰੀ ਜਿੰਦ ਦਾ, ਮੇਰੇ ਮਨ ਦਾ, ਮੇਰੇ ਤਨ ਦਾ, ਮੇਰੇ ਧਨ ਦਾ ਆਸਰਾ ਬਣ ਚੁੱਕਿਆ ਹੈ। ਸਫਲ ਜਨਮ ਹੋਵੈ ਪ੍ਰਵਾਨ। ਇਸ ਤਰ੍ਹਾਂ ਤੇਰਾ ਮਨੁੱਖਾ ਜਨਮ ਕਾਮਯਾਬ ਹੋ ਜਾਏਗਾ। ਤੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਏਗਾ। ਗੁਰ ਪਾਰ ਬ੍ਰਹਮ ਨਿਕਟ ਕਰ ਜਾਣ। ਜੇ ਗੁਰੂ ਨੂੰ, ਪਾਰ ਬ੍ਰਹਮ ਪ੍ਰਭੂ ਨੂੰ ਸਦਾ ਆਪਣੇ ਨੇੜੇ ਵਸਦਾ ਸਮਝੇ ਤਾਂ ਸੰਤ ਧੂਰ ਪਾਈਐ ਵਡਭਾਗੀ। ਹੇ ਨਾਨਕ, ਗੁਰੂ ਸੰਤ ਦੇ ਚਰਨਾਂ ਦੀ ਧੂੜ ਵੱਡੇ ਭਾਗਾਂ ਨਾਲ ਮਿਲਦੀ ਹੈ। ਨਾਨਕ ਗੁਰ ਭੇਟਤ ਹਰ ਸਿਉ ਲਿਵ ਲਾਗੀ। ਗੁਰੂ ਨੂੰ ਮਿਲਿਆ ਪਰਮਾਤਮਾ ਦੇ ਚਰਨਾਂ ਨਾਲ ਲਗਨ ਲੱਗ ਜਾਂਦੀ ਹੈ। ਭਾਵ ਗੁਰੂ ਦੇ ਬਖਸ਼ਿਸ਼ ਨਜ਼ਰ ਜਦੋਂ ਹੁੰਦੀ ਹੈ ਫਿਰ ਉਸ ਦੇ ਸ਼ਬਦ ਵਿੱਚ ਜੁੜਿਆਂ ਉਸ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 194 ਅੰਗ 'ਤੇ ਜਾ ਰਹੇ ਹਾਂ। ਇਸ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਗੌੜੀ ਬਾਣੀ ਵਿੱਚ ਆਪਾਂ ਨੂੰ ਕੀ ਸਮਝਾ ਰਹੇ ਹਨ। ਪੰਜਵੇਂ ਪਾਤਸ਼ਾਹ ਜੀ, ਕਰੇ ਦੋਹ ਕਰਮ ਦਿਖਾਵੈ ਹੋਰ। ਜਿਹੜੇ ਸਿਮਰਨਹੀਨ ਮਨੁੱਖ, ਭਾਵ ਜਿਹੜੇ ਸਿਮਰਨ ਨਹੀਂ ਕਰਦੇ, ਰਾਮ ਨੂੰ ਸਰਬ ਵਿਆਪਕ ਨਹੀਂ ਪ੍ਰਤੀਤ ਕਰਦਾ, ਉਹ ਆਪਣੇ ਅੰਗ ਸੰਗ ਉਸ ਮਾਲਕ ਨੂੰ ਨਹੀਂ ਪ੍ਰਤੀਤ ਕਰਦਾ ਜੋ ਸਿਮਰਨ ਨਹੀਂ ਕਰਦੇ,
ਉਹ ਅੰਦਰ ਲੁਕਾ ਕੇ ਮੰਦੇ ਕਰਮ ਕਮਾਉਂਦਾ ਹੈ ਅਤੇ ਬਾਹਰ ਜਗਤ ਨੂੰ ਆਪਣੇ ਜੀਵਨ ਦਾ ਹੋਰ ਪਾਸਾ ਵਿਖਾਉਂਦਾ ਹੈ। ਭਾਵ ਅੰਦਰੋਂ ਹੋਰ ਬਾਹਰੋਂ ਹੋਰ। ਰਾਮ ਕੀ ਦਰਗਹ ਬਾਧਾ ਚੋਰ। ਜਿਵੇਂ ਚੋਰ ਸੰਨ ਉੱਤੇ ਫੜਿਆ ਜਾਂਦਾ ਹੈ ਅਤੇ ਬੱਝ ਜਾਂਦਾ ਹੈ, ਤਿਵੇਂ ਉਹ ਪਰਮਾਤਮਾ ਦੀ ਦਰਗਾਹ ਵਿੱਚ ਚੋਰ ਵਾਂਗ ਬੰਨ੍ਹਿਆ ਜਾਂਦਾ ਹੈ। ਰਾਮ ਰਮੇ ਸੋਈ ਰਾਮਾਨਾ। ਉਹੀ ਮਨੁੱਖ ਰਾਮ ਦਾ ਸੇਵਕ ਮੰਨਿਆ ਜਾਂਦਾ ਹੈ ਜਿਹੜਾ ਰਾਮ ਨੂੰ ਸਿਮਰਦਾ ਹੈ। ਰਾਮ ਭਾਵ ਜੋ ਰਮ ਰਮ ਵਿੱਚ ਵਸਿਆ ਹੈ, ਉਹ ਰਾਮ ਦੀ ਗੱਲ ਕਰ ਰਿਹਾ ਗੁਰੂ ਸਾਹਿਬ ਜੀ। ਜਲ ਥਲ ਮਹੀਅਲ ਏਕ ਸਮਾਨਾ। ਰਹਾਉ। ਉਸ ਮਨੁੱਖ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਰਾਮ ਜਲ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ ਹਰ ਥਾਂ ਵਿਆਪਕ ਹੈ, ਕਣ ਕਣ ਵਿੱਚ ਵਿਆਪਕ ਹੈ, ਜਰੇ ਜਰੇ ਵਿੱਚ ਵਿਆਪਕ ਹੈ। ਰਹਾਉ ਰੁਕ ਜਾਣਾ। ਅੰਤਰ ਬਿਖ ਮੁਖ ਅੰਮ੍ਰਿਤ ਸੁਨਾਵੈ। ਸਿਮਰਨਹੀਨ, ਜਿਹੜਾ ਸਿਮਰਨ ਨਹੀਂ ਕਰਦਾ, ਰਹਿ ਕੇ ਪਰਮਾਤਮਾ ਨੂੰ ਹਰ ਥਾਂ ਵਸਦਾ ਨਾ ਜਾਣਨ ਵਾਲਾ ਮਨੁੱਖ ਆਪਣੇ ਮੂੰਹ ਨਾਲ ਲੋਕਾਂ ਨੂੰ ਆਤਮਿਕ ਜੀਵਨ ਦੇਣ ਵਾਲਾ ਉਪਦੇਸ਼ ਸੁਣਾਉਂਦਾ ਹੈ, ਪਰ ਉਸ ਦੇ ਅੰਦਰ ਵਿਕਾਰਾਂ ਦੀ ਜ਼ਹਿਰ ਹੈ। ਭਾਵ ਵਿਕਾਰਾਂ ਨਾਲ ਆਪ ਭਰਿਆ ਹੈ ਪਰ ਲੋਕਾਂ ਨੂੰ ਉਪਦੇਸ਼ ਦੇ ਰਿਹਾ ਹੈ, ਜਿਸ ਨੇ ਉਸ ਦੇ ਆਪਣੇ ਆਤਮਿਕ ਜੀਵਨ ਨੂੰ ਮਾਰ ਦਿੱਤਾ ਹੈ। ਜਮਪੁਰ ਬਾਧਾ ਚੋਟਾਂ ਖਾਵੈ। ਉਹ ਅਜਿਹਾ ਮਨੁੱਖ ਜਮ ਦੀ ਪੁਰੀ ਵਿੱਚ ਬੱਝਾ ਹੋਇਆ ਚੋਟਾਂ ਖਾਂਦਾ ਹੈ, ਆਤਮਿਕ ਮੌਤ ਦੇ ਵੱਸ ਪਿਆ ਅਨੇਕਾਂ ਵਿਕਾਰਾਂ ਦੀਆਂ ਸੱਟਾਂ ਸਹਾਰਦਾ ਰਹਿੰਦਾ ਹੈ। ਅਨੇਕ ਪੜਦੇ ਮਹਿ ਕਮਾਵੈ ਵਿਕਾਰ। ਸਿਮਰਨਹੀਨ ਮਨੁੱਖ, ਜਿਹੜਾ ਸਿਮਰਨ ਨਹੀਂ ਕਰਦਾ ਮਨੁੱਖ, ਪਰਮਾਤਮਾ ਨੂੰ ਅੰਗ ਸੰਗ ਨਾ ਜਾਣਦਾ ਹੋਇਆ ਅਨੇਕਾਂ ਪਰਦਿਆਂ ਪਿੱਛੇ ਲੋਕਾਂ ਤੋਂ ਲੁਕਾ ਕੇ ਵਿਕਾਰ ਕਰਮ ਕਮਾਉਂਦਾ ਕਰਦਾ ਰਹਿੰਦਾ ਹੈ। ਖਿਨ ਮੈਂ ਪ੍ਰਗਟ ਹੋਇ ਸੰਸਾਰ। ਪਰ ਉਸ ਦੇ ਕੁਕਰਮ ਜਗਤ ਦੇ ਅੰਦਰ ਇੱਕ ਖਿਣ ਵਿੱਚ ਪ੍ਰਗਟ ਹੋ ਜਾਂਦੇ ਹਨ। ਭਾਵ ਲੋਕਾਂ ਦੇ ਸਾਹਮਣੇ ਉਸ ਦੀਆਂ ਕਰਤੂਤਾਂ ਆ ਜਾਂਦੀਆਂ ਹਨ ਇੱਕ ਖਿਣ ਵਿੱਚ, ਜਦੋਂ ਗੁਰੂ ਸਾਹਿਬ ਦੀ ਚਾਹੁੰਦੇ ਹਨ। ਅੰਤਰ ਸਾਚ ਨਾਮ ਰਸ ਰਾਤਾ। ਜਿਹੜਾ ਮਨੁੱਖ ਸਾਰੇ ਅੰਦਰ ਸਦਾ ਥਿਰ ਹਰ ਨਾਮ ਵਿੱਚ ਜੁੜਿਆ ਰਹਿੰਦਾ ਹੈ, ਪਰਮਾਤਮਾ ਦੇ ਪ੍ਰੇਮ ਰਸ ਵਿੱਚ ਭਿੱਜਾ ਰਹਿੰਦਾ ਹੈ। ਨਾਨਕ ਤਿਸ ਕਿਰਪਾਲ ਵਿਧਾਤਾ। ਹੇ ਨਾਨਕ, ਸਿਰਜਣਹਾਰ ਪ੍ਰਭੂ ਉਸ ਉੱਤੇ ਦਇਆਵਾਨ ਹੁੰਦਾ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਪੰਜਵੇਂ ਪਾਤਸ਼ਾਹ ਜੀ, ਸ਼ਹੀਦਾਂ ਦੇ ਸਰਤਾਜ। ਰਾਮ ਰੰਗ ਕਦੇ ਉਤਰ ਨਾ ਜਾਏ। ਪਰਮਾਤਮਾ ਦੇ ਪਿਆਰ ਦਾ ਰੰਗਿਆ ਜੇ ਕਿਸੇ ਵਡਭਾਗੀ ਦੇ ਮਨ ਉੱਤੇ ਚੜ੍ਹ ਜਾਏ, ਫਿਰ ਕਦੇ ਉਸ ਮਨ ਤੋਂ ਉਤਰਦਾ ਨਹੀਂ, ਦੂਰ ਨਹੀਂ ਹੁੰਦਾ। ਜਦੋਂ ਰਾਮ ਦਾ ਰੰਗ ਭਾਵ ਉਸ ਅਕਾਲ ਪੁਰਖ ਦੀ ਨਜ਼ਰ ਹੋ ਜਾਂਦੀ ਹੈ, ਫਿਰ ਉਹ ਉਤਰਦਾ ਨਹੀਂ, ਚੜ੍ਹਿਆ ਰਹਿੰਦਾ, ਗੁਰੂ ਸਾਹਿਬ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਰਹਿੰਦਾ ਹੈ। ਗੁਰ ਪੂਰਾ ਜਿਸ ਦੇਹ ਬੁਝਾਏ। ਪੂਰਾ ਗੁਰੂ ਜਿਸ ਨੂੰ ਇਸ ਦੀ ਸੂਝ ਪਾ ਦੇਵੇ, ਬਖਸ਼ਿਸ਼ ਕਰ ਦੇ, ਨਦਰ ਕਰ ਦੇ, ਸਮਝ ਦੇ ਦੇਵੇ, ਗਿਆਨ ਦੇ ਦੇਵੇ। ਹਰ ਰੰਗ ਰਾਤਾ ਸੋ ਮਨ ਸਾਚਾ। ਜਿਹੜਾ ਮਨ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ, ਉਸ ਉੱਤੇ ਮਾਇਆ ਦਾ ਕੋਈ ਹੋਰ ਰੰਗ ਆਪਣਾ ਅਸਰ ਨਹੀਂ ਪਾ ਸਕਦਾ। ਲਾਲ ਰੰਗ ਪੂਰਨ ਪੁਰਖ ਵਿਧਾਤਾ। ਰਹਾਉ। ਉਹ ਮਾਨੋ ਗੂੜ੍ਹੇ ਲਾਲ ਰੰਗ ਵਾਲਾ ਹੋ ਜਾਂਦਾ ਹੈ। ਉਹ ਸਰਬ ਵਿਆਪਕ ਸਿਰਜਣਹਾਰਾ ਦਾ ਰੂਪ ਹੋ ਜਾਂਦਾ ਹੈ, ਸਿਰਜਣਹਾਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਰਹਾਉ ਰੁਕ ਜਾਣਾ। ਸੰਤਹ ਸੰਗ ਬੈਸ ਗੁਣ ਗਾਏ। ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ, ਸਿਫਤ ਸਲਾਹ ਕਰਦਾ ਹੈ, ਤਾਂ ਕਾ ਰੰਗ ਨਾ ਉਤਰੇ ਜਾਏ। ਉਸ ਦੇ ਮਨ ਨੂੰ ਪਰਮਾਤਮਾ ਦੇ ਪ੍ਰੇਮ ਦਾ ਰੰਗ ਚੜ੍ਹ ਜਾਂਦਾ ਹੈ। ਉਸ ਦਾ ਉਹ ਰੰਗ ਕਦੇ ਨਹੀਂ ਉਤਰਦਾ, ਕਦੇ ਨਹੀਂ ਲਹਿੰਦਾ। ਬਿਨ ਹਰ ਸਿਮਰਨ ਸੁਖ ਨਹੀਂ ਪਾਇਆ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਕਦੇ ਕਿਸੇ ਨੇ ਆਤਮਿਕ ਆਨੰਦ ਨਹੀਂ ਲੱਭਾ। ਆਣ ਰੰਗ ਫੀਕੇ ਸਭ ਮਾਇਆ। ਮਾਇਆ ਦੇ ਸਵਾਦਾਂ ਦੇ ਹੋਰ ਹੋਰ ਰੰਗ ਵਿੱਚ ਸਭ ਉਤਰ ਜਾਂਦੇ ਹਨ। ਮਾਇਆ ਦੇ ਸਵਾਦਾਂ ਤੋਂ ਮਿਲਣ ਵਾਲੇ ਸੁੱਖ ਹੋਸ਼ੇ ਹੁੰਦੇ ਹਨ, ਥੋੜ੍ਹੇ ਸਮੇਂ ਲਈ ਹੁੰਦੇ ਹਨ। ਗੁਰ ਰੰਗ ਰੰਗੇ ਸੇ ਭਲੇ ਪਏ ਨਿਹਾਲ। ਗੁਰ ਰੰਗੇ ਸੇ ਭਏ ਨਿਹਾਲ।
ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗ ਦਿੱਤਾ ਹੈ, ਉਹ ਸਦਾ ਖਿੜੇ ਜੀਵਨ ਵਾਲੇ ਰਹਿੰਦੇ ਹਨ। ਕਹੋ ਨਾਨਕ ਗੁਰ ਭਏ ਦਿਆਲ। ਹੇ ਨਾਨਕ, ਉਹਨਾਂ ਉੱਤੇ ਸਤਿਗੁਰੂ ਦੀ ਦਇਆਵਾਨ ਹੁੰਦੇ ਹਨ। ਅੱਗੇ ਗੁਰੂ ਸਾਹਿਬ ਜੀ ਆਪਾਂ ਨੂੰ ਕੀ ਸਮਝਾ ਰਹੇ ਹਨ? ਗੌੜੀ ਮਹੱਲਾ ਪੰਜਵਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਦੀ ਵਿਚਾਰ ਆਪਾਂ ਅਗਲੀ ਵੀਡੀਓ 'ਚ ਕਰਾਂਗੇ। ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਸਦਕਾ ਆਪਣੀ ਵੀਡੀਓ ਪੌਣੇ ਘੰਟੇ ਦੀ ਬਣ ਗਈ ਹੈ, 45 ਮਿੰਟ ਤੋਂ ਉੱਪਰ ਦੀ। ਇਸ ਤੋਂ ਬਾਅਦ ਆਪਣੇ ਫਿਰ ਮੈਮਰੀ ਫੁੱਲ ਹੋ ਜਾਂਦੀ, ਕੱਟ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ, ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਸਾਹਿਬ ਬਖਸ਼ੰਦ ਪਿਤਾ ਹਨ, ਬਖਸ਼ ਲੈਂਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਵੀ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗੇ ਆਪਾਂ ਇਹ 194 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੱਧ ਤੱਕ ਪਹੁੰਚ ਗਏ ਹਾਂ। ਅੱਗੇ ਵਿਚਾਰ ਆਪਾਂ ਅਗਲੀ ਵੀਡੀਓ 'ਚ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।